गुड मॉर्निंग स्टूडेंट्स, आई एम बबलजीत कौर, योर फिजिक्स टीचर। ਅੱਜ ਆਪਾਂ +2 ਕਲਾਸ ਯੂਨਿਟ ਫਸਟ ਚੈਪਟਰ 1 ਕੂਲਮਜ਼ ਲਾ ਪੜਾਂਗੇ। ਤਾਂ ਫਸਟ ਇਹਦੇ ਵਿੱਚ ਆਪਣੇ ਕੋਲ ਹੈ ਇਲੈਕਟ੍ਰੋਸਟੈਟਿਕਸ। ਤਾਂ ਇਲੈਕਟ੍ਰੋਸਟੈਟਿਕਸ ਦਾ ਮਤਲਬ ਆਪਣੇ ਕੋਲ ਕੀ ਆ ਕਿ ਚਾਰਜ ਦੀ ਆਪਾਂ ਗੱਲ ਕਰਨੀ ਆ ਤਾਂ ਚਾਰਜ ਆਪਣੇ ਕੋਲ ਕੀ ਆ ਰੈਸਟ ਦੇ ਉੱਪਰ ਹੋਊਗਾ। ਇੱਕ ਆਪਣੇ ਕੋਲ ਟਰਮ ਹੁੰਦੀ ਹੈ ਇਲੈਕਟ੍ਰੋਡਾਇਨਾਮਿਕਸ, ਤਾਂ ਉਹਦੇ ਵਿੱਚ ਚਾਰਜ ਕੀ ਆ ਮੋਸ਼ਨ ਦੇ ਵਿੱਚ ਰਹਿੰਦਾ ਏ। ਤਾਂ ਇੱਥੇ ਆਪਣੇ ਕੋਲ ਹੈਗਾ ਫਸਟ ਇਲੈਕਟ੍ਰੋਸਟੈਟਿਕਸ। ਸਟੈਟਿਕਸ ਆਪਣੇ ਕੋਲ ਕੀ ਡਿਨੋਟ ਕਰਦਾ ਏ ਰੈਸਟ ਦੇ ਉੱਪਰ। ਤਾਂ ਹੁਣ ਆਪਣੇ ਕੋਲ ਕੀ ਆ ਕਈ ਵਾਰੀ ਆਪਾਂ ਜਦੋਂ ਕੱਪੜੇ ਉਤਾਰਦੇ ਹਾਂ ਜਾਂ ਆਪਾਂ ਵਾਲਾਂ ਦੇ ਵਿੱਚ ਕੰਘੀ ਕਰਦੇ ਹਾਂ, ਕਈ ਵਾਰ ਡੋਰ ਓਪਨ ਕਰਦੇ ਹਾਂ ਤਾਂ ਆਪਾਂ ਨੂੰ ਕੋਈ ਆਵਾਜ਼ ਸੁਣਾਈ ਦਿੰਦੀ ਹੈ ਜਾਂ ਆਪਾਂ ਨੂੰ ਕੀ ਹੁੰਦਾ ਏ ਕੁਛ ਥੋੜ੍ਹਾ ਜਿਹਾ ਝਟਕਾ ਲੱਗਦਾ। ਤਾਂ ਉਹ ਸਾਰਾ ਆਪਾਂ ਨੂੰ ਕਿਉਂ ਲੱਗਦਾ ਕਿ ਆਪਣੀ ਬੋਡੀ ਦੇ ਵਿੱਚੋਂ ਚਾਰਜ ਇੱਕ ਬੋਡੀ ਤੋਂ ਦੂਜੀ ਬੋਡੀ ਦੇ ਉੱਪਰ ਜਾਣਾ ਸ਼ੁਰੂ ਕਰਦੇ ਆ, ਮਤਲਬ ਡਿਸਚਾਰਜ ਹੁੰਦਾ ਸ਼ੁਰੂ ਹੋ ਜਾਂਦਾ ਹੈ। ਤਾਂ ਹੁਣ ਆਪਣੇ ਕੋਲ ਕਿ ਜੇ ਆਪਾਂ ਦੋ ਚੀਜ਼ਾਂ ਨੂੰ ਕਦੇ ਰੱਬ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਰਾ ਚਾਰਜ ਕੀ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਤਾਂ ਉਹ ਵੀ ਆਪਣੇ ਕੋਲ ਕੀ ਹੋ ਰਿਹਾ ਕਿ ਕੱਪੜਿਆਂ ਨੂੰ ਆਪਾਂ ਕਾਰ ਦੀ ਸੀਟ ਦੇ ਨਾਲ ਰੱਬ ਕੀਤਾ ਜਾਂ ਆਪਾਂ ਆਪਣੇ ਕੰਘੀ ਸੀਗੀ ਕੌਮ ਸੀ ਉਹਨੂੰ ਆਪਾਂ ਆਪਣੇ ਵਾਲਾਂ ਦੇ ਵਿੱਚ ਰੱਬ ਕਰਨਾ ਸ਼ੁਰੂ ਕੀਤਾ। ਤਾਂ ਉੱਥੇ ਕੀ ਸੀ ਚਾਰਜ ਇੱਕ ਬੋਡੀ ਤੋਂ ਦੂਜੀ ਬੋਡੀ ਦੇ ਉੱਪਰ ਟਰਾਂਸਫਰ ਹੋ ਗਿਆ। ਤਾਂ ਹੁਣ ਇਸੇ ਤਰ੍ਹਾਂ ਆਪਣੇ ਕੋਲ ਕੀ ਆ ਕਿ ਜੇ ਆਪਾਂ ਗਲਾਸ ਰੋਡ ਨੂੰ ਰੱਬ ਕਰਦੇ ਹਾਂ ਸਿਲਕ ਦੇ ਨਾਲ ਜਾਂ ਐਬੋਨਾਈਟ ਰੋਡ ਨੂੰ ਰੱਬ ਕਰਦੇ ਹਾਂ ਆਪਾਂ ਫਰ ਦੇ ਨਾਲ ਜਾਂ ਪਲਾਸਟਿਕ ਕੌਮ ਉਹਨੂੰ ਆਪਾਂ ਆਪਣੇ ਵਾਲਾਂ ਦੇ ਵਿੱਚ ਫੇਰਦੇ ਹਾਂ ਤਾਂ ਹੁਣ ਉਹਨਾਂ ਦੇ ਉੱਪਰ ਕੀ ਆ ਚਾਰਜ ਨੇ ਟਰਾਂਸਫਰ ਕਰਨਾ ਸ਼ੁਰੂ ਕੀਤਾ। ਤਾਂ ਉਹ ਸਾਰੇ ਕੀ ਇਲੈਕਟ੍ਰੀਕਲੀ ਚਾਰਜ ਹੋ ਗਏ। ਪਰ ਜਿਹੜੀ ਇੱਦਾਂ ਦਾ ਇਲੈਕਟ੍ਰਿਕ ਚਾਰਜ ਆ ਇਲੈਕਟ੍ਰੀਸਿਟੀ ਡਿਵੈਲਪ ਹੋਣੀ ਸ਼ੁਰੂ ਹੁੰਦੀ ਆ ਆਬਜੈਕਟ ਦੇ ਉੱਪਰ। ਤਾਂ ਉਹ ਸਿਰਫ ਕਦੋਂ ਡਿਵੈਲਪ ਹੋਣਾ ਸ਼ੁਰੂ ਹੁੰਦੇ ਆ ਜਦੋਂ ਇੱਕ ਦੂਜੇ ਦੇ ਨਾਲ ਆਪਾਂ ਉਹਨਾਂ ਨੂੰ ਰੱਬ ਕਰਦੇ ਹਾਂ। ਤਾਂ ਇਸੇ ਤਰ੍ਹਾਂ ਰੱਬ ਕਰਨ ਦੇ ਨਾਲ ਜਿਹੜਾ ਚਾਰਜ ਉਹਨਾਂ ਦੇ ਉੱਪਰ ਆਇਆ ਉਹ ਆਪਣੇ ਕੋਲ ਕੀ ਆ ਫ੍ਰਿਕਸ਼ਨਲ ਇਲੈਕਟ੍ਰੀਸਿਟੀ। ਤਾਂ ਇਲੈਕਟ੍ਰਿਕ ਚਾਰਜ ਜਿਹੜਾ ਹੁਣ ਇਸ ਤਰ੍ਹਾਂ ਡਿਵੈਲਪ ਹੋਇਆ ਉਹ ਕੀ ਸੀਗਾ ਇੱਕ ਪਾਰਟ ਤੋਂ ਦੂਜੇ ਪਾਰਟ ਤੱਕ ਮੂਵ ਨਹੀਂ ਕਰ ਸਕਦਾ। ਇਸੇ ਕਰਕੇ ਆਪਾਂ ਨੂੰ ਫਿਰ ਕੀ ਨਾਮ ਦਿੱਤਾ ਸਟੈਟਿਕ ਇਲੈਕਟ੍ਰੀਸਿਟੀ ਔਰ ਇਲੈਕਟ੍ਰੋਸਟੈਟਿਕਸ। ਤਾਂ ਆਪਣੇ ਕੋਲ ਇਲੈਕਟ੍ਰਿਕ ਚਾਰਜ ਕਿੰਨੀ ਤਰ੍ਹਾਂ ਦਾ ਹੈ, ਦੋ ਤਰ੍ਹਾਂ ਦਾ ਆਪਣੇ ਕੋਲ ਚਾਰਜ ਐਗਜ਼ਿਸਟ ਕਰਦਾ ਹੈ। ਤਾਂ ਉਹ ਦੋ ਟਾਈਪ ਆਪਣੇ ਕੋਲ ਕਿਹੜੀ ਆ ਜਾਂਦੀ ਆ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ। ਹੁਣ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਆਪਾਂ ਪੜ੍ਹ ਕੇ ਆਉਂਦਾ ਹੈ ਕਿ ਜੇ ਆਪਣੇ ਕੋਲ ਸੇਮ ਨੇਚਰ ਹੋਊਗੀ ਚਾਰਜ ਦੀ, ਮਤਲਬ ਦੋਨੋਂ ਪੋਜ਼ਿਟਿਵ ਚਾਰਜ ਹੋਣਗੇ ਜਾਂ ਦੋਨੋਂ ਨੈਗੇਟਿਵ ਚਾਰਜ ਹੋਣਗੇ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਕੀ ਰਿਪੈਲ ਕਰਨਾ ਸ਼ੁਰੂ ਕਰਨਾ। ਅਤੇ ਜੇ ਆਪਣੇ ਕੋਲ ਅਨਲਾਈਕ ਚਾਰਜ ਹੋਣਗੇ ਮਤਲਬ ਇੱਕ ਪੋਜ਼ਿਟਿਵ ਚਾਰਜ ਇੱਕ ਨੈਗੇਟਿਵ ਚਾਰਜ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਕੀ ਆਪਣੇ ਵੱਲ ਅਟਰੈਕਟ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਇਸੇ ਕਰਕੇ ਜਿਹੜੀ ਪ੍ਰੋਪਰਟੀ ਦੇ ਕਾਰਨ ਆਪਾਂ ਦੋਨੋਂ ਚਾਰਜਸ ਨੂੰ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਉਹ ਆਪਣੇ ਕੋਲ ਕੀ ਆ ਜਾਂਦੀ ਆ ਪੋਲੈਰਿਟੀ। ਤਾਂ ਨੈਕਸਟ ਟੌਪਿਕ ਆਪਣੇ ਕੋਲ ਹੈ ਇਲੈਕਟ੍ਰਿਕ ਚਾਰਜ। ਤਾਂ ਹੁਣ ਆਪਣੇ ਕੋਲ ਕੀ ਆ ਜਦੋਂ ਆਪਾਂ ਕਿਸੇ ਵੀ ਸਬਸਟੈਂਸ ਨੂੰ ਦੇਖਦੇ ਹਾਂ ਤਾਂ ਉਹ ਛੋਟੇ ਛੋਟੇ ਐਟਮਸ ਤੋਂ ਮਿਲ ਕੇ ਬਣੇ ਹੁੰਦੇ ਆ। ਤਾਂ ਉਹ ਐਟਮਸ ਆਪਣੇ ਕੋਲ ਕੀ ਨੇ ਐਲੀਮੈਂਟਰੀ ਪਾਰਟੀਕਲਸ ਦੇ ਵਿੱਚ ਅੱਗੇ ਵੀ ਟੁੱਟੇ ਹੋਏ ਹੁੰਦੇ ਆ, ਮਤਲਬ ਸਬ ਪਾਰਟੀਕਲਸ ਉਹਨਾਂ ਦੇ ਹੁੰਦੇ ਨੇ ਇਲੈਕਟ੍ਰੋਨ ਪ੍ਰੋਟੋਨ ਅਤੇ ਨਿਊਟਰੋਨ। ਸਭ ਤੋਂ ਪਹਿਲਾਂ ਆਪਣੇ ਕੋਲ ਸਾਇੰਟਿਸਟ ਨੇ ਦੱਸਿਆ ਸੀਗਾ ਕਿ ਐਟਮ ਸਭ ਤੋਂ ਛੋਟਾ ਹੁੰਦਾ, ਆਪਾਂ ਉਹਨਾਂ ਨੂੰ ਨਹੀਂ ਤੋੜ ਸਕਦੇ। ਬਟ ਉਸ ਤੋਂ ਬਾਅਦ ਫਿਰ ਆਪਣੇ ਕੋਲ ਕੀ ਆਏ ਕਿ ਐਟਮ ਨੂੰ ਜੇ ਆਪਾਂ ਤੋੜਦੇ ਹਾਂ ਤਾਂ ਉਹ ਕਿੰਨਾਂ ਦੇ ਵਿੱਚ ਟੁੱਟ ਜਾਂਦੇ ਨੇ ਇਲੈਕਟ੍ਰੋਨ ਪ੍ਰੋਟੋਨ ਅਤੇ ਨਿਊਟਰੋਨ। ਬਟ ਇਹ ਅੱਗੇ ਵੀ ਟੁੱਟਣਾ ਸ਼ੁਰੂ ਕਰ ਦਿੰਦੇ ਨੇ। ਉਹ ਆਪਣੇ ਕੋਲ ਕੀ ਆ ਜਾਂਦੇ ਨੇ ਨਿਊਟਰੀਨੋ, ਐਂਟੀ ਨਿਊਟਰੀਨੋ, ਮੀਜ਼ੋਨਸ, ਹੋਰ ਬਹੁਤ ਸਾਰੇ ਸਬ ਪਾਰਟੀਕਲਸ। ਤਾਂ ਹੁਣ ਆਪਣੇ ਕੋਲ ਕੀ ਨੇ ਇਲੈਕਟ੍ਰੋਨ ਪ੍ਰੋਟੋਨ ਨਿਊਟਰੋਨ, ਉਹਨਾਂ ਦੇ ਕੀ ਕੋਈ ਨਾ ਕੋਈ ਮਾਸ ਹੁੰਦਾ ਹੈ। ਤਾਂ ਇਸੇ ਕਰਕੇ ਜੇ ਆਪਾਂ ਕਿਸੇ ਵੀ ਬੋਡੀ ਦੇ ਮਾਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਹਮੇਸ਼ਾ ਹੀ ਕਿਹੜਾ ਫੋਰਸ ਲੱਗਦਾ ਹੈ ਗ੍ਰੈਵੀਟੇਸ਼ਨਲ ਫੋਰਸ। ਤਾਂ ਇਸੇ ਲਈ ਇਹਨਾਂ ਦਾ ਮਾਸ ਹੋਣ ਦੇ ਕਾਰਨ ਉਹਨਾਂ ਨੇ ਇੱਕ ਦੂਜੇ ਦੇ ਉੱਪਰ ਇਹਨਾਂ ਪਾਰਟੀਕਲਸ ਨੇ ਕਿਹੜਾ ਫੋਰਸ ਲਗਾਉਣਾ ਸ਼ੁਰੂ ਕੀਤਾ ਗ੍ਰੈਵੀਟੇਸ਼ਨਲ ਫੋਰਸ। ਤਾਂ ਹੁਣ ਗ੍ਰੈਵੀਟੇਸ਼ਨਲ ਫੋਰਸ ਦੇ ਨਾਲ ਉੱਥੇ ਇੱਕ ਹੋਰ ਫੋਰਸ ਵੀ ਐਗਜ਼ਿਸਟ ਕਰਦਾ ਹੈ ਜਿਹੜਾ ਉਹ ਇੱਕ ਦੂਜੇ ਦੇ ਉੱਪਰ ਐਗਜ਼ਰਟ ਕਰਦੇ ਨੇ। ਤਾਂ ਉਹ ਆਪਣੇ ਕੋਲ ਇਹ ਫੋਰਸ ਜਿਹੜਾ ਪ੍ਰੋਟੋਨ ਅਤੇ ਇਲੈਕਟ੍ਰੋਨਸ ਨੇ ਇੱਕ ਦੂਜੇ ਦੇ ਉੱਪਰ ਲਗਾਇਆ ਉਹ ਗ੍ਰੈਵੀਟੇਸ਼ਨਲ ਫੋਰਸ ਤੋਂ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਲੱਗਦਾ ਹੈ। ਤਾਂ ਇਸ ਐਕਸਟਰਾ ਫੋਰਸ ਨੂੰ ਆਪਾਂ ਨਾਮ ਦਿੰਦੇ ਹਾਂ ਇਲੈਕਟ੍ਰਿਕ ਫੋਰਸ। ਤਾਂ ਇੱਕ ਇਲੈਕਟ੍ਰੋਨ ਦਾ ਚਾਰਜ ਕਿਹਦੇ ਇਕੁਅਲ ਹੁੰਦਾ ਹੈ 1.6 × 10⁻⁻19 ਕੂਲਮ। ਇਲੈਕਟ੍ਰੋਨ ਨੂੰ ਆਪਾਂ ਰਿਪਰਜੈਂਟ ਕਰਦੇ ਹਾਂ ਈ ਦੇ ਨਾਲ ਅਤੇ ਇਲੈਕਟ੍ਰਿਕ ਚਾਰਜ ਆਪਣੇ ਕੋਲ ਕਿਹੜੀ ਹੈ ਸਕੇਲਰ ਕੁਆਂਟਿਟੀ ਹੁੰਦੀ ਹੈ। ਹੁਣ ਨੈਕਸਟ ਟੌਪਿਕ ਆਪਣੇ ਕੋਲ ਹੈ ਇਲੈਕਟ੍ਰੋਸਟੈਟਿਕ ਇੰਡਕਸ਼ਨ। ਕਿ ਜੇ ਆਪਣੇ ਕੋਲ ਕੋਈ ਵੀ ਬੋਡੀ ਦਿੱਤੀ ਹੋਈ ਆ ਉਹਨੂੰ ਆਪਾਂ ਚਾਰਜ ਕਰਨਾ ਚਾਹੁੰਦੇ ਹਾਂ ਤਾਂ ਉਹਨੂੰ ਆਪਾਂ ਅਲੱਗ-ਅਲੱਗ ਮੈਥਡਸ ਦੇ ਨਾਲ ਚਾਰਜ ਕਰ ਸਕਦੇ ਹਾਂ। ਤਾਂ ਉਹ ਆਪਣੇ ਕੋਲ ਕਿਹੜੇ ਮੈਥਡ ਨੇ ਤਾਂ ਫਸਟ ਆਪਣੇ ਕੋਲ ਹੈ ਇਲੈਕਟ੍ਰੋਸਟੈਟਿਕ ਇੰਡਕਸ਼ਨ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਆ ਕਿ ਜੇ ਆਪਣੇ ਕੋਲ ਕੋਈ ਵੀ ਬੋਡੀ ਦਿੱਤੀ ਹੋਈ ਆ ਉਹਨੂੰ ਆਪਾਂ ਰੱਬ ਕਰਕੇ ਕਿਸੇ ਹੋਰ ਆਬਜੈਕਟ ਦੇ ਨਾਲ ਜਾਂ ਕਿਸੇ ਹੋਰ ਬੋਡੀ ਦੇ ਨਾਲ ਜਦੋਂ ਆਪਾਂ ਰੱਬ ਕਰਨਾ ਸ਼ੁਰੂ ਕਰਦੇ ਹਾਂ ਤਾਂ ਜਿੰਨਾ ਉਸ ਬੋਡੀ ਦੇ ਉੱਪਰ ਚਾਰਜ ਹੋਊਗਾ ਉਹ ਦੂਜੀ ਬੋਡੀ ਦੇ ਵਿੱਚ ਪਾਸ ਹੋਣਾ ਜਾਂ ਟਰਾਂਸਫਰ ਹੋਣਾ ਸ਼ੁਰੂ ਹੋ ਜਾਊਗਾ। ਤਾਂ ਹੁਣ ਆਪਾਂ ਕੀ ਦੇਖ ਸਕਦੇ ਹਾਂ ਕਿ ਉਹ ਸੇਮ ਸਾਈਨ ਦਾ ਚਾਰਜ ਲੈ ਸਕਦਾ।
ਜਿਹਦੇ ਨਾਲ ਆਪਾਂ ਉਹਨੂੰ ਰੰਬ ਕਰਨਾ ਸ਼ੁਰੂ ਕੀਤਾ ਸੀ ਕਿ ਜੇ ਆਪਾਂ ਕੋਈ ਵੀ ਪੋਜ਼ਿਟਿਵ ਚਾਰਜ ਵਾਲੀ ਬਾਡੀ ਨੂੰ ਕਿਸੇ ਅਨਚਾਰਜਡ ਬਾਡੀ ਦੇ ਕੰਟੈਕਟ ਵਿੱਚ ਲੈ ਕੇ ਆਉਂਦੇ ਆ ਤਾਂ ਇਲੈਕਟ੍ਰੋਨਸ ਨੇ ਕੀ ਕਰਨਾ, ਅਨਚਾਰਜਡ ਬਾਡੀ ਤੋਂ ਜਿਹੜੀਆਂ ਆਪਣੇ ਕੋਲ ਸੀਗੇ ਇਲੈਕਟ੍ਰੋਨਸ ਉਹਨਾਂ ਨੇ ਫਲੋ ਕਰਨਾ ਸ਼ੁਰੂ ਕਰਤਾ। ਤਾਂ ਉਹ ਫਲੋ ਕਰਨਾ ਕਿਵੇਂ ਸ਼ੁਰੂ ਕਰਦੇ ਆ, ਜੇ ਹੁਣ ਆਪਾਂ ਕੰਪੇਅਰ ਕਰਕੇ ਚੱਲਦੇ ਹਾਂ ਕਿ ਇੱਕ ਆਪਣੇ ਕੋਲ ਬਾਡੀ ਹੈਗੀ ਪੋਜ਼ਿਟਿਵ, ਇੱਕ ਆਪਣੇ ਕੋਲ ਹੈਗੀ ਆ ਨੈਗੇਟਿਵ ਬਾਡੀ। ਤਾਂ ਹੁਣ ਦੇਖੋ ਆਪਣੇ ਕੋਲ ਡਾਇਗਰਾਮ ਦੇ ਵਿੱਚ ਹੁਣ ਆਪਣੇ ਕੋਲ ਇੱਥੇ ਕਿ ਇੱਕ ਅਨਚਾਰਜਡ ਬਾਡੀ ਆ। ਤਾਂ ਹੁਣ ਨੈਕਸਟ ਆਪਣੇ ਕੋਲ ਕੀ ਹੋਊਗਾ ਕਿ ਜੇ ਆਪਾਂ ਇੱਕ ਪੋਜ਼ਿਟਿਵ ਚਾਰਜਡ ਬਾਡੀ ਨੂੰ ਨੇੜੇ ਲੈ ਕੇ ਆ ਰਹੇ ਹਾਂ ਇੱਕ ਕੰਡਕਟਰ ਦੇ, ਤਾਂ ਹੁਣ ਆਪਣੇ ਕੋਲ ਕੀ ਹੋਊਗਾ, ਪੋਜ਼ਿਟਿਵ ਬਾਡੀ ਨੇ ਕੀ ਕਰਨਾ ਕਿ ਇਸ ਕੰਡਕਟਰ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਚਾਰਜ ਹੋਊਗਾ ਤਾਂ ਉਹ ਸਾਰੇ ਇਲੈਕਟ੍ਰੋਨਸ ਤੇ ਜਿਹੜੇ ਆਪਣੇ ਕੋਲ ਪੋਜ਼ਿਟਿਵ ਚਾਰਜ ਸੀ ਉਹਨਾਂ ਨੇ ਰੀਡਿਸਟ੍ਰੀਬਿਊਟ ਹੋ ਜਾਣਾ। ਉਹ ਸਾਰਾ ਰੀਡਿਸਟ੍ਰੀਬਿਊਟ ਕਿਉਂ ਹੋ ਜਾਊਗਾ ਕਿ ਜਿਹੜਾ ਵੀ ਪੋਜ਼ਿਟਿਵ ਚਾਰਜ ਹੋਊਗਾ ਆਪਣੇ ਕੋਲ, ਜਿਹੜਾ ਗਲਾਸ ਰੋਡ ਦੇ ਉੱਪਰ ਪੋਜ਼ਿਟਿਵ ਚਾਰਜ ਹੋਊਗਾ ਉਹਨੂੰ ਆਪਾਂ ਇੱਕ ਕੰਡਕਟਰ ਦੇ ਨੇੜੇ ਲੈ ਕੇ ਆਂਦਾ ਸੀਗਾ। ਤਾਂ ਉਹਨੇ ਕੀ ਕਰਨਾ, ਜੇ ਤਾਂ ਹੁਣ ਇੱਥੇ ਸਾਰਾ ਕਿ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਪਿਆ ਸੀ ਇਸ ਕੰਡਕਟਰ ਦੇ ਅੰਦਰ, ਤਾਂ ਪੋਜ਼ਿਟਿਵ ਚਾਰਜ ਨੇ ਪੋਜ਼ਿਟਿਵ ਚਾਰਜ ਨੂੰ ਰਿਪੈਲ ਕਰਨਾ ਸ਼ੁਰੂ ਕੀਤਾ। ਹੁਣ ਜਦੋਂ ਪੋਜ਼ਿਟਿਵ ਇੱਕ ਦੂਜੇ ਨੂੰ ਰਿਪੈਲ ਕਰਨਾ ਸ਼ੁਰੂ ਕਰ ਗਏ ਤਾਂ ਪੋਜ਼ਿਟਿਵ ਨੇ ਤਾਂ ਸਾਰਾ ਇਹ ਤੋਂ ਦੂਰ ਚਲਿਆ ਜਾਣਾ। ਹੁਣ ਜਦੋਂ ਉਹ ਦੂਰ ਜਾ ਰਿਹਾ ਹੈ ਉਹਦੇ ਤੋਂ, ਤਾਂ ਉਹ ਇੱਕ ਐਂਡ ਦੇ ਉੱਪਰ ਜਾ ਕੇ ਇਕੱਠਾ ਹੋਣਾ ਸ਼ੁਰੂ ਹੋ ਗਿਆ। ਤਾਂ ਆਪਣੇ ਕੋਲ ਸੈਕਿੰਡ ਚਾਰਜ ਕਿਹੜਾ ਰਹਿ ਗਿਆ ਇੱਥੇ, ਨੈਗੇਟਿਵ ਚਾਰਜ। ਤਾਂ ਉਹ ਸਾਰਾ ਨੈਗੇਟਿਵ ਚਾਰਜ ਕਿੱਥੇ ਇਕੱਠਾ ਹੋ ਜਾਊਗਾ, ਏ ਐਂਡ ਦੇ ਉੱਪਰ। ਤਾਂ ਇਸੇ ਤਰ੍ਹਾਂ ਆ ਕੰਡਕਟਰ ਦੇ ਉੱਪਰ ਜਿਹੜੇ ਆਪਣੇ ਕੋਲ ਦੋ ਐਂਡ ਸੀ ਏ ਤੇ ਬੀ, ਸਾਰਾ ਨੈਗੇਟਿਵ ਚਾਰਜ ਕਿੱਥੇ ਆ ਗਿਆ, ਏ ਐਂਡ ਦੇ ਉੱਪਰ। ਪੋਜ਼ਿਟਿਵ ਚਾਰਜ ਕਿੱਥੇ ਆ ਗਿਆ, ਸਾਰਾ ਬੀ ਐਂਡ ਦੇ ਉੱਪਰ। ਹੁਣ ਬੀ ਐਂਡ ਦੇ ਵਿੱਚ ਦੇਖੋ ਕਿ ਬੀ ਐਂਡ ਤੇ ਆਪਣੇ ਕੋਲ ਨੈਗੇਟਿਵ ਚਾਰਜ ਨਹੀਂ ਹੈਗਾ, ਇਹ ਕੀ ਹੈ, ਇਲੈਕਟ੍ਰੋਨ ਡੈਫੀਸ਼ੀਐਂਟ ਹੋ ਜਾਊਗਾ। ਤਾਂ ਸਾਰਾ ਇਲੈਕਟ੍ਰੋਨ ਚਾਰਜ ਕਿੱਥੇ ਇਕੱਠਾ ਹੋ ਗਿਆ, ਜਾ ਕੇ ਏ ਐਂਡ ਦੇ ਉੱਪਰ। ਮਤਲਬ ਇੱਥੇ ਜਿਹੜਾ ਚਾਰਜ ਸੀ ਰੀਡਿਸਟ੍ਰੀਬਿਊਟ ਕਰਨਾ ਸ਼ੁਰੂ ਹੋ ਗਿਆ। ਤੇ ਜਿਹੜੀ ਰੀਡਿਸਟ੍ਰੀਬਿਊਸ਼ਨ ਹੋਈ ਇਲੈਕਟ੍ਰੋਨਸ ਦੀ ਉਹ ਕਿਆ ਇੰਸਟੈਂਟੇਨੀਅਸਲੀ ਹੋ ਗਈ, ਇਹ ਨਹੀਂ ਕਿ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ, ਨਾਲ ਦੀ ਨਾਲ ਸਾਰਾ ਚਾਰਜ ਡਿਸਟ੍ਰੀਬਿਊਟ ਹੋ ਗਿਆ। ਹੁਣ ਨੈਕਸਟ ਆਪਾਂ ਕੀ ਦੇਖ ਸਕਦੇ ਕਿ ਜੇ ਆਪਾਂ ਪੋਜ਼ਿਟਿਵ ਚਾਰਜਡ ਗਲਾਸ ਰੋਡ ਦੀ ਜਗ੍ਹਾ ਦੇ ਉੱਪਰ ਨੈਗੇਟਿਵ ਚਾਰਜ ਨੂੰ ਐਬੋਨਾਈਟ ਰੋਡ ਉਹਨੂੰ ਨੇੜੇ ਲੈ ਕੇ ਆਉਣੇ ਕਿਸੇ ਕੰਡਕਟਰ ਦੇ। ਹੁਣ ਜੇ ਇੱਥੇ ਨੈਗੇਟਿਵ ਚਾਰਜ ਹੋ ਜਾਊਗਾ ਤਾਂ ਉਹਨੇ ਕੀ ਕਰਨਾ, ਨੈਗੇਟਿਵ ਚਾਰਜ ਨੂੰ ਰਿਪੈਲ ਕਰਨਾ ਸ਼ੁਰੂ ਕੀਤਾ, ਕਿਉਂਕਿ ਲਾਈਕ ਚਾਰਜਸ ਰਿਪੈਲ ਈਚ ਅਦਰ। ਤਾਂ ਹੁਣ ਆਪਣੇ ਕੋਲ ਕੀ ਹੋ ਜਾਊਗਾ, ਨੈਗੇਟਿਵ ਚਾਰਜ ਨੇ ਸਾਰਾ ਬੀ ਐਂਡ ਦੇ ਉੱਪਰ ਜਾਣਾ ਸ਼ੁਰੂ ਕਰਤਾ, ਨੈਗੇਟਿਵ ਨੇ ਕੀ ਕੀਤਾ, ਪੋਜ਼ਿਟਿਵ ਨੂੰ ਆਪਣੇ ਵੱਲ ਅਟਰੈਕਟ ਕਰਨਾ ਸ਼ੁਰੂ ਕੀਤਾ। ਤਾਂ ਇਸੇ ਲਈ ਏ ਐਂਡ ਦੇ ਉੱਪਰ ਆਪਣੇ ਕੋਲ ਪੋਜ਼ਿਟਿਵ ਚਾਰਜ ਆ ਜਾਊਗਾ ਤੇ ਬੀ ਦੇ ਉੱਪਰ ਜਾ ਕੇ ਕਿਹੜਾ ਚਾਰਜ ਹੋ ਜਾਊਗਾ, ਨੈਗੇਟਿਵ। ਹੁਣ ਇਹ ਸਾਰਾ ਚਾਰਜ ਓਨਾ ਟਾਈਮ ਹੀ ਰਹੂਗਾ ਜਿੰਨਾ ਟਾਈਮ ਇੱਥੇ ਆਪਣੇ ਕੋਲੇ ਕੋਈ ਵੀ ਚਾਰਜਡ ਬਾਡੀ ਰਹੂਗੀ। ਜੇ ਆਪਾਂ ਆਹ ਚਾਰਜਡ ਬਾਡੀ ਨੂੰ ਇੱਥੋਂ ਹਟਾ ਦਈਏ ਤਾਂ ਇਹਦੇ ਉੱਪਰ ਜਿਹੜੇ ਏ ਤੇ ਬੀ ਐਂਡ ਅਲੱਗ-ਅਲੱਗ ਚਾਰਜ ਹੋਏ ਸੀ, ਨੈਗੇਟਿਵ ਤੇ ਪੋਜ਼ਿਟਿਵ ਚਾਰਜ, ਉਹਨਾਂ ਨੇ ਵਾਪਸ ਆਪਣੀ ਪੋਜੀਸ਼ਨ ਦੇ ਉੱਪਰ ਚਲੇ ਜਾਣਾ। ਤਾਂ ਹੁਣ ਆਪਣੇ ਕੋਲੇ ਕੀ ਸੀ, ਆਪਾਂ ਇਹ ਚਾਰਜ ਖੁਦ ਉੱਥੇ ਪ੍ਰੋਡਿਊਸ ਕਰਵਾ ਰਹੇ ਹਾਂ। ਤਾਂ ਇਸੇ ਕਰਕੇ ਇਹ ਆਪਣੇ ਕੋਲੇ ਕਿਹਦੀ ਐਗਜ਼ਾਮਪਲ ਹੋ ਜਾਊਗੀ, ਇੰਡਿਊਸਡ ਚਾਰਜਸ ਦੀ। ਤੇ ਜੇ ਹੁਣ ਆਪਾਂ ਚਾਰਜ ਬਾਡੀ ਨੂੰ ਇੱਥੋਂ ਹਟਾ ਦਈਏ ਤਾਂ ਜਿਹੜਾ ਚਾਰਜ ਇੰਡਿਊਸ ਹੋਇਆ ਸੀ ਕੰਡਕਟਰ ਦੇ ਉੱਪਰ, ਤਾਂ ਇਹਨੇ ਕੀ ਹੋਣਾ, ਇੱਥੋਂ ਰਿਮੂਵ ਹੋ ਜਾਣਾ, ਡਿਸਅਪੀਅਰ ਹੋ ਜਾਣਾ। ਨੈਕਸਟ ਹੁਣ ਆਪਣੇ ਕੋਲ ਹੈ ਚਾਰਜਿੰਗ ਬਾਈ ਇੰਡਕਸ਼ਨ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਸੀਗਾ, ਚਾਰਜਡ ਬਾਡੀ ਨੂੰ ਜਦੋਂ ਆਪਾਂ ਇੱਥੋਂ ਹਟਾਇਆ ਤਾਂ ਕੰਡਕਟਰ ਦੇ ਇੱਥੇ ਦੋਨੋਂ ਐਂਡਸ ਦੇ ਉੱਪਰ ਕੋਈ ਵੀ ਚਾਰਜ ਨਹੀਂ ਰਿਹਾ, ਇਹ ਡਿਸਅਪੀਅਰ ਹੋ ਗਿਆ। ਪਰ ਜੇ ਆਪਾਂ ਕਿਸੇ ਬਾਡੀ ਨੂੰ ਪਰਮਾਨੈਂਟਲੀ ਚਾਰਜ ਕਰਨਾ ਚਾਹੁੰਦੇ ਹਾਂ ਤਾਂ ਆਪਣੇ ਕੋਲੇ ਕਿਹੜਾ ਮੈਥਡ ਆ, ਚਾਰਜਿੰਗ ਬਾਈ ਇੰਡਕਸ਼ਨ। ਤਾਂ ਹੁਣ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜੇ ਹੁਣ ਆਪਾਂ ਕੰਡਕਟਰ ਨੂੰ ਨੈਗੇਟਿਵ ਚਾਰਜ ਕਰਨਾ ਇੰਡਕਸ਼ਨ ਮੈਥਡ ਦੇ ਨਾਲ, ਤਾਂ ਕੋਈ ਵੀ ਇੱਕ ਪੋਜ਼ਿਟਿਵ ਚਾਰਜਡ ਗਲਾਸ ਰੋਡ ਨੂੰ ਆਪਾਂ ਨੇੜੇ ਲੈ ਕੇ ਆਂਦਾ ਕੰਡਕਟਰ ਦੇ। ਹੁਣ ਜਦੋਂ ਨੇੜੇ ਲੈ ਕੇ ਆ ਰਹੇ ਹਾਂ ਤਾਂ ਫਿਰ ਆਪਾਂ ਉਹੀ ਕਨਸੈਪਟ ਲਗਾਇਆ ਕਿ ਪੋਜ਼ਿਟਿਵ ਚਾਰਜ ਨੇ ਕੀ ਕੀਤਾ, ਪੋਜ਼ਿਟਿਵ ਚਾਰਜ ਨੂੰ ਰਿਪੈਲ ਕਰਨਾ ਸ਼ੁਰੂ ਕੀਤਾ। ਹੁਣ ਜੇ ਰਿਪੈਲ ਕਰਨਾ ਸ਼ੁਰੂ ਕੀਤਾ ਤਾਂ ਬੀ ਐਂਡ ਦੇ ਉੱਪਰ ਜਾ ਕੇ ਸਾਰਾ ਪੋਜ਼ਿਟਿਵ ਚਾਰਜ ਇਕੱਠਾ ਹੋ ਜਾਊਗਾ ਤੇ ਪੋਜ਼ਿਟਿਵ ਚਾਰਜ ਨੇ ਕੀ ਕਰਨਾ, ਨੈਗੇਟਿਵ ਚਾਰਜ ਨੂੰ ਆਪਣੇ ਵੱਲ ਅਟਰੈਕਟ ਕਰਨਾ ਸ਼ੁਰੂ ਕੀਤਾ। ਜਦੋਂ ਨੈਗੇਟਿਵ ਚਾਰਜ ਨੂੰ ਆਪਣੇ ਵੱਲ ਅਟਰੈਕਟ ਕਰਨਾ ਸ਼ੁਰੂ ਕਰਦਾ ਤਾਂ ਏ ਐਂਡ ਦੇ ਉੱਪਰ ਕਿਹੜਾ ਚਾਰਜ ਆ ਜਾਊਗਾ, ਨੈਗੇਟਿਵ। ਹੁਣ ਨੈਕਸਟ ਸਟੈਪ ਦੇ ਉੱਪਰ ਆਪਾਂ ਫਿਰ ਕੀ ਕਰਨਾ ਕਿ ਜਿਹੜਾ ਬੀ ਐਂਡ ਸੀ ਇਹਨੂੰ ਆਪਾਂ ਕੀ ਕੀਤਾ, ਅਰਥਿੰਗ ਕਰਨੀ ਸ਼ੁਰੂ ਕਰਤੀ। ਹੁਣ ਜਦੋਂ ਆਪਾਂ ਉਹਦੀ ਅਰਥਿੰਗ ਕਰਨੀ ਸ਼ੁਰੂ ਕਰਦੇ ਹਾਂ ਤਾਂ ਉਹਨੇ ਕੀ ਕਰਨਾ, ਅਰਥ ਦੇ ਵਿੱਚੋਂ ਨੈਗੇਟਿਵ ਚਾਰਜ ਨੇ ਉੱਪਰ ਫਲੋ ਕਰਨਾ ਸ਼ੁਰੂ ਕਰ ਦੇਣਾ। ਤੇ ਜਦੋਂ ਨੈਗੇਟਿਵ ਚਾਰਜ ਉੱਪਰ ਫਲੋ ਕਰ ਜਾਊਗਾ ਤਾਂ ਪੋਜ਼ਿਟਿਵ ਚਾਰਜ ਦੇ ਨਾਲ ਨੈਗੇਟਿਵ ਚਾਰਜ ਨੇ ਇਕੱਠਾ ਹੋਇਆ, ਕੰਬੀਨੇਸ਼ਨ ਹੋ ਗਿਆ। ਉਹਨਾਂ ਨੇ ਜਦੋਂ ਕੰਬਾਈਨ ਕੀਤਾ ਤਾਂ ਇੱਕ ਦੂਜੇ ਦੇ ਇਫੈਕਟ ਉਹਨਾਂ ਨੇ ਕੈਂਸਲ ਕਰਤਾ। ਜਦੋਂ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਨੇ ਇੱਕ ਦੂਜੇ ਨੂੰ ਕੈਂਸਲ ਕੀਤਾ ਤਾਂ ਬੀ ਦੇ ਉੱਪਰ ਤਾਂ ਕੋਈ ਵੀ ਚਾਰਜ ਨਹੀਂ ਰਿਹਾ, ਉਹ ਨਿਊਟਰਲ ਹੋ ਗਿਆ। ਤਾਂ ਹੁਣ ਆਪਾਂ ਕਿਸੇ ਅਰਥਿੰਗ ਵੀ ਹਟਾਤੀ। ਤਾਂ ਹੁਣ ਆਪਾਂ ਫਿਰ ਕੀ ਦੇਖਦੇ ਹਾਂ, ਜਦੋਂ ਆਪਾਂ ਗਲਾਸ ਰੋਡ ਨੂੰ ਇੱਥੋਂ ਹਟਾਇਆ, ਜਿਹੜੀ ਚਾਰਜਡ ਬਾਡੀ ਸੀ ਪੋਜ਼ਿਟਿਵਲੀ ਚਾਰਜਡ ਬਾਡੀ,
ਤਾਂ ਉਸ ਤੋਂ ਬਾਅਦ ਏ ਐਂਡ ਦੇ ਉੱਪਰ ਸਿਰਫ ਕਿਹੜਾ ਚਾਰਜ ਰਹਿ ਗਿਆ, ਨੈਗੇਟਿਵ। ਤਾਂ ਇਹ ਸਾਰਾ ਨੈਗੇਟਿਵ ਚਾਰਜ ਉਹਨੇ ਕੀ ਕਰਨਾ, ਜਿਹੜਾ ਏ ਬੀ ਆਪਾਂ ਨੂੰ ਇੱਕ ਕੰਡਕਟਰ ਦਿੱਤਾ ਹੋਇਆ ਸੀ, ਸਾਰੇ ਦੇ ਉੱਪਰ ਸਪਰੈਡ ਹੋ ਜਾਣਾ ਸੇਮ ਅਮਾਊਂਟ ਦੇ ਨਾਲ। ਇੱਥੇ ਆਪਣੇ ਕੋਲ ਕਿਸੇ ਸਿਰਫ ਇੱਕ ਐਂਡ ਚਾਰਜ ਸੀ, ਹੁਣ ਆਪਣੇ ਕੋਲ ਕੀ ਆ, ਸਾਰਾ ਕੰਡਕਟਰ ਨੈਗੇਟਿਵਲੀ ਚਾਰਜਡ ਹੋ ਗਿਆ। ਹੁਣ ਨੈਕਸਟ ਆਪਣੇ ਕੋਲ ਹੈ ਐਡੀਟਿਵ ਨੇਚਰ ਆਫ ਚਾਰਜ। ਐਡੀਟਿਵ ਨੇਚਰ ਆਫ ਚਾਰਜ ਦੇ ਵਿੱਚ ਆਪਣੇ ਕੋਲ ਕੀ ਹੈ ਕਿ ਜੇ ਆਪਾਂ ਮਾਸ ਦੀ ਗੱਲ ਕਰਦੇ ਹਾਂ, ਕਿ ਜੇ ਆਪਣੇ ਕੋਲ ਕੋਈ ਵੀ 2 ਬੋਡੀਜ਼ ਦਿੱਤੀਆਂ ਨੇ ਜਾਂ 4 ਬੋਡੀਜ਼, ਜਿੰਨੀਆਂ ਵੀ ਬੋਡੀਜ਼ ਦਿੱਤੀਆਂ, ਕੋਈ ਸਿਸਟਮ ਦਿੱਤਾ ਹੋਇਆ, ਆਪਾਂ ਟੋਟਲ ਮਾਸ ਕਿਵੇਂ ਫਾਈਂਡ ਕਰਦੇ ਹਾਂ, m = m1 + m2 + m3, ਜਿੰਨੀਆਂ ਵੀ ਬੋਡੀਜ਼ ਨੇ, ਇਸ ਤਰ੍ਹਾਂ ਆਪਾਂ ਉਹਨਾਂ ਨੂੰ ਪਲੱਸ ਕਰਕੇ ਟੋਟਲ ਮਾਸ ਫਾਈਂਡ ਕਰ ਦਿੰਦੇ ਆ ਕਿ ਉਸ ਬੋਡੀ ਜਾਂ ਉਸ ਆਬਜੈਕਟ ਦਾ ਟੋਟਲ ਮਾਸ ਕਿੰਨਾ ਸੀ। ਹੁਣ ਇਸੇ ਤਰ੍ਹਾਂ ਜੇ ਆਪਾਂ ਚਾਰਜ ਦੀ ਗੱਲ ਕਰਦੇ ਕਿ ਚਾਰਜ ਆਪਣੇ ਕੋਲੇ ਕਿਵੇਂ ਆਉਂਦਾ ਹੈ, ਤਾਂ ਹੁਣ ਉਹ ਚਾਰਜ ਵੀ ਆਪਣੇ ਕੋਲੇ ਕਿਵੇਂ ਐਗਜ਼ਿਸਟ ਕਰ ਗਿਆ, ਕਿ ਆਪਣੇ ਕੋਲੇ ਕੋਈ ਵੀ ਇੱਕ ਸਿਸਟਮ ਆ, ਕੋਈ ਇੱਕ ਬੋਡੀ ਦਿੱਤੀ ਹੋਈ ਆ, ਸਪੋਜ਼ ਆਪਣੇ ਕੋਲੇ ਇਹ ਹੈਗੀ ਹੈ ਏ ਬੋਡੀ ਤੇ ਇਹ ਆਪਣੇ ਕੋਲੇ ਹੈ ਬੀ ਬੋਡੀ। ਇੱਥੇ ਆਪਾਂ ਕੀ ਚਾਰਜ ਅਸਿਊਮ ਕਰਕੇ ਚੱਲੇ ਆ ਕਿ ਇੱਕ ਆਪਣੇ ਕੋਲ ਚਾਰਜ ਹੈਗਾ +2 ਕੂਲਮ, ਇੱਕ ਚਾਰਜ ਆਪਣੇ ਕੋਲੇ ਕਿੰਨਾ ਹੈ +5, ਹੁਣ ਤੁਸੀਂ ਇੱਥੇ 8 ਕੂਲਮ ਕਰ ਲਓ, +8 ਕੂਲਮ। ਤਾਂ ਇੱਕ ਇੱਥੇ ਆਪਣੇ ਕੋਲੇ ਕਿੰਨਾ ਹੈ -7 ਕੂਲਮ। ਤੇ ਨੈਕਸਟ ਆਪਾਂ ਚਾਰਜ ਫਾਈਂਡ ਕਰਨਾ ਚਾਹੁੰਦੇ ਹਾਂ, ਤਾਂ ਹੁਣ ਉਹ ਆਪਾਂ ਕਿਵੇਂ ਫਾਈਂਡ ਕਰਦੇ ਹਾਂ, ਏ ਬੋਡੀ ਦੇ ਵਿੱਚ ਟੋਟਲ ਚਾਰਜ ਕਿੰਨਾ ਹੋ ਗਿਆ, +2 ਕੂਲਮ +8 ਕੂਲਮ। ਬੀ ਦੇ ਵਿੱਚ ਆਪਣੇ ਕੋਲੇ ਕਿੰਨਾ ਚਾਰਜ ਆ, -7 ਕੂਲਮ ਪਲੱਸ, ਹੁਣ ਇੱਥੇ ਚਾਰਜ ਹੈ ਨਹੀਂਗਾ ਤਾਂ ਆਪਾਂ ਨੂੰ ਅਸਿਊਮ ਕਰ ਲੈਂਦੇ ਕਿ ਇਹ ਆਪਣੇ ਕੋਲੇ ਕਿੰਨਾ ਹੈ Q। ਤਾਂ ਇੱਧਰ ਆਪਣੇ ਕੋਲੇ ਕਿੰਨਾ ਚਾਰਜ 10 ਕੂਲਮ -7 ਕੂਲਮ +Q, 10 ਕੂਲਮ +7 ਕੂਲਮ, ਤਾਂ ਟੋਟਲ ਚਾਰਜ ਆਪਣੇ ਕੋਲੇ ਕਿੰਨਾ ਆ ਗਿਆ 17 ਕੂਲਮ। ਤਾਂ ਮਤਲਬ ਆਪਣੇ ਕੋਲੇ ਹੋ ਗਿਆ Q = Q1 + Q2 + Q3 ਹੁਣ ਇਹ ਆਪਾਂ ਚਾਹੇ ਕੈਪੀਟਲ Q ਨਾਲ ਰਿਪਰੈਜ਼ੈਂਟ ਕਰ ਦਿਓ, ਚਾਹੇ ਸਮਾਲਰ Q ਨਾਲ, ਦੋਨੋਂ ਸੇਮ ਨੇ, ਕੋਈ ਫਰਕ ਨਹੀਂ ਹੈਗਾ। ਫਿਰ ਨੈਕਸਟ ਆਪਣੇ ਕੋਲ ਹੈ ਕੁਆਂਟਾਈਜੇਸ਼ਨ ਆਫ ਚਾਰਜ। ਕੁਆਂਟਾਈਜੇਸ਼ਨ ਦਾ ਮਤਲਬ ਕੀ ਆ, ਅਵੇਲੇਬਲ ਇਨ ਫਿਕਸਡ ਅਮਾਊਂਟ, ਕਿ ਜੇ ਆਪਾਂ ਚਾਰਜ ਦੀ ਗੱਲ ਕਰਦੇ ਹਾਂ, ਇੱਕ ਫਿਕਸਡ ਨੰਬਰ ਦੇ ਵਿੱਚ ਆਪਾਂ ਨੂੰ ਚਾਰਜ ਮਿਲਦਾ ਤੇ ਆਪਾਂ ਟ੍ਰਾਂਸਫਰ ਵੀ ਇੱਕ ਫਿਕਸਡ ਨੰਬਰ ਦੇ ਵਿੱਚ ਹੀ ਕਰਦੇ ਹਾਂ। ਤਾਂ ਇਹ ਨਹੀਂ ਕਦੇ ਵੀ ਹੋਊਗਾ ਆਪਣੇ ਕੋਲ ਕਿ ਜੇ ਆਪਾਂ ਚਾਰਜ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਕਹੀਏ ਕਿ 1.2 ਇਲੈਕਟ੍ਰੋਨ ਨੂੰ ਆਪਾਂ ਇੱਕ ਬੋਡੀ ਤੋਂ ਦੂਜੀ ਬੋਡੀ ਦੇ ਉੱਪਰ ਟ੍ਰਾਂਸਫਰ ਕਰਤਾ, ਜਾਂ ਫ੍ਰੈਕਸ਼ਨ ਦੇ ਵਿੱਚ ਹੋ ਜਾਏ 7/5, 8/7, 8/3, ਇੱਦਾਂ ਕਦੇ ਵੀ ਨਹੀਂ ਹੋਊਗਾ। ਆਪਾਂ ਚਾਰਜ ਹਮੇਸ਼ਾ ਹੀ ਕਿਵੇਂ ਟ੍ਰਾਂਸਫਰ ਕਰਦੇ ਹਾਂ, 1 ਇਲੈਕਟ੍ਰੋਨਸ, 2 ਇਲੈਕਟ੍ਰੋਨਸ, 3 ਇਲੈਕਟ੍ਰੋਨਸ, ਤਾਂ ਫਿਕਸਡ ਨੰਬਰ ਹੋਊਗਾ ਉਹਨਾਂ ਦਾ, ਕਿਸੇ ਵੀ ਇੱਕ ਇੰਟੀਜਰ ਦੇ ਵਿੱਚ ਹੋ। ਇੱਕ ਇਲੈਕਟ੍ਰੋਨ ਦੇ ਉੱਪਰ ਚਾਰਜ ਆਪਣੇ ਕੋਲ ਕਿੰਨਾ ਹੈ 1.6 × 10⁻⁻⁻19 ਕੂਲਮ। ਤਾਂ ਸਮੋਲੈਸਟ ਚਾਰਜ ਜਿਹੜਾ ਇੰਡੀਪੈਂਡੈਂਟਲੀ ਐਗਜ਼ਿਸਟ ਕਰਦਾ ਇਲੈਕਟ੍ਰੋਨ ਦੇ ਉੱਪਰ। ਤਾਂ ਹੁਣ ਡੈਫੀਨੇਸ਼ਨ ਆਪਣੇ ਕੋਲ ਕੀ ਹੈ ਕੁਆਂਟਾਈਜੇਸ਼ਨ ਦੀ, ਚਾਰਜ ਆਲਵੇਜ਼ ਐਗਜ਼ਿਸਟ ਇਨ ਇੰਟੈਗਰਲ ਮਲਟੀਪਲ ਆਫ ਫੰਡਾਮੈਂਟਲ ਚਾਰਜ। ਤਾਂ ਜਿੰਨਾ ਛੋਟੇ ਤੋਂ ਛੋਟਾ ਚਾਰਜ ਐਗਜ਼ਿਸਟ ਕਰ ਸਕਦਾ ਸੀ ਉਹਦੀ ਇੰਟੈਗਰਲ ਫਾਰਮ ਦੇ ਵਿੱਚ, ਮਤਲਬ Q = ±n × E। n ਆਪਣੇ ਕੋਲੇ ਕੀ ਆ ਗਿਆ, ਨੰਬਰ ਜਿਹਦੇ ਨਾਲ ਆਪਾਂ ਦੱਸਿਆ ਕਿ ਕਿੰਨਾ ਚਾਰਜ ਟ੍ਰਾਂਸਫਰ ਕੀਤਾ, 1 ਇਲੈਕਟ੍ਰੋਨ, 2 ਇਲੈਕਟ੍ਰੋਨ, 8 ਇਲੈਕਟ੍ਰੋਨ, 10 ਇਲੈਕਟ੍ਰੋਨ, ਜਿੰਨੇ ਹੋ ਸਕਦੇ ਨੇ। ਇਹ ਆਪਣੇ ਕੋਲੇ ਕੀ ਇਲੈਕਟ੍ਰੋਨ ਦੇ ਉੱਪਰ ਕਿੰਨਾ ਚਾਰਜ ਆ, ਉਹਦੀ ਵੈਲਿਊ ਕਿੰਨੀ ਸੀਗੀ 1.6 × 10⁻⁻19 ਕੂਲਮ। Q ਆਪਣੇ ਕੋਲੇ ਕੀ ਆ, ਉਸ ਬੋਡੀ ਦੇ ਉੱਪਰ ਕਿੰਨਾ ਚਾਰਜ ਸੀ। ਤੇ ਪਲੱਸ ਮਾਈਨਸ ਆਪਣੇ ਕੋਲੇ ਕੀ ਆ ਕਿ ਮਾਈਨਸ ਦੇ ਵਿੱਚ ਆਪਾਂ ਚਾਰਜ ਟ੍ਰਾਂਸਫਰ ਕੀਤਾ ਜਾਂ ਪਲੱਸ ਦੇ ਵਿੱਚ ਆਪਾਂ ਚਾਰਜ ਨੂੰ ਟ੍ਰਾਂਸਫਰ ਕਰ ਰਹੇ ਹਾਂ, ਤਾਂ ਉਹ ਆਪਣੇ ਕੋਲੇ ਕੀ ਆ, ਟੋਟਲ ਚਾਰਜ ਹੋ ਗਿਆ। ਫਿਰ ਨੈਕਸਟ ਆਪਣੇ ਕੋਲੇ ਹੈ ਕੰਜ਼ਰਵੇਸ਼ਨ ਆਫ ਚਾਰਜ, ਕਿ ਜਿਹੜਾ ਆਪਣੇ ਕੋਲੇ ਚਾਰਜ ਆ ਉਹਨੂੰ ਨਾ ਤਾਂ ਆਪਾਂ ਤੋੜ ਸਕਦੇ ਹਾਂ ਤੇ ਨਾ ਹੀ ਆਪਾਂ ਉਹਨੂੰ ਬਣਾ ਸਕਦੇ ਹਾਂ। ਆਪਾਂ ਸਿਰਫ ਕੀ ਕਰਦੇ ਹਾਂ, ਉਹਦੀ ਟ੍ਰਾਂਸਫਰ ਕਰਦੇ ਹਾਂ। ਹੁਣ ਪਹਿਲਾਂ ਆਪਾਂ ਪੜ੍ਹ ਕੇ ਆਂਦਾ ਹੋਇਆ ਕੰਜ਼ਰਵੇਸ਼ਨ ਆਫ ਐਨਰਜੀ, ਉਦੋਂ ਆਪਣੇ ਕੋਲੇ ਕੀ ਸੀਗਾ ਕਿ ਐਨਰਜੀ ਨੂੰ ਵੀ ਆਪਾਂ ਨਾ ਤੋੜ ਸਕਦੇ ਹਾਂ ਤੇ ਨਾ ਬਣਾ ਸਕਦੇ ਹਾਂ, ਸਿਰਫ ਆਪਾਂ ਉਹਦੀ ਫਾਰਮ ਨੂੰ ਚੇਂਜ ਕਰ ਸਕਦੇ ਹਾਂ, ਮਤਲਬ ਕਾਈਨੈਟਿਕ ਟੂ ਪੋਟੈਂਸ਼ੀਅਲ ਐਨਰਜੀ ਜਾਂ ਪੋਟੈਂਸ਼ੀਅਲ ਟੂ ਕਾਈਨੈਟਿਕ ਐਨਰਜੀ। ਉਸੇ ਤਰ੍ਹਾਂ ਹੁਣ ਆਪਣੇ ਕੋਲੇ ਚਾਰਜ ਆ, ਚਾਰਜ ਨੂੰ ਵੀ ਆਪਾਂ ਇੱਕ ਬੋਡੀ ਤੋਂ ਦੂਜੀ ਬੋਡੀ ਦੇ ਉੱਪਰ ਟ੍ਰਾਂਸਫਰ ਕਰ ਸਕਦੇ ਹਾਂ। ਤਾਂ ਹੁਣ ਇਹਦੇ ਲਈ ਆਪਣੇ ਕੋਲੇ ਕੀ ਆ ਕਿ ਜੇ ਆਪਾਂ ਨਿਊਕਲੀਅਰ ਟ੍ਰਾਂਸਫੋਰਮੇਸ਼ਨਸ ਦੇਖਦੇ ਹਾਂ ਰੇਡੀਓ ਐਕਟੀਵਿਟੀ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਆਪਣੇ ਕੋਲੇ ਕੀ ਹੁੰਦਾ ਹੈ, ਐਟੋਮਿਕ ਨੰਬਰ ਵੀ ਉਹਨਾਂ ਦਾ ਸੇਮ ਰਹਿੰਦਾ ਰਿਐਕਸ਼ਨ ਤੋਂ ਬਾਅਦ, ਤੇ ਐਟੋਮਿਕ ਮਾਸ ਵੀ ਉਹਨਾਂ ਦਾ ਸੇਮ ਰਹਿੰਦਾ ਹੈ। ਫਿਰ ਨੈਕਸਟ ਹੈ ਆਪਣੇ ਕੋਲੇ ਇਲੈਕਟ੍ਰਿਕ ਚਾਰਜ ਦੀਆਂ
ਪ੍ਰੋਪਰਟੀਜ਼। ਕਿਹੜੇ ਲਾਈਕ ਚਾਰजेस ਨੇ ਇੱਕ ਦੂਜੇ ਨੂੰ ਰਿਪੈਲ ਕਰਦੇ ਆ ਤੇ ਅਨਲਾਈਕ ਚਾਰजेस ਕੀ ਕਰਨਗੇ, ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਤਾਂ ਨੈਕਸਟ ਆਪਣੇ ਕੋਲੇ ਕੀ ਹੈਗਾ, ਨੈਗੇਟਿਵ ਤੇ ਪੋਜ਼ਿਟਿਵ ਚਾਰਜ ਦਾ ਆਪਣੇ ਕੋਲੇ ਮੈਗਨੀਟਿਊਡ ਸੇਮ ਆ 1.6 × 10⁻⁻19 ਕੂਲਮ। ਇਲੈਕਟ੍ਰਿਕ ਚਾਰਜ ਦੀ ਕਿਹੜੀ ਪ੍ਰੋਪਰਟੀ ਹੋਰ ਐਡੀਟਿਵ ਇਨ ਨੇਚਰ, ਮਤਲਬ ਆਪਾਂ ਟੋਟਲ ਚਾਰਜ ਫਾਈਂਡ ਕਰਨਾ ਤਾਂ ਪਲੱਸ ਕਰਕੇ ਫਾਈਂਡ ਕਰ ਸਕਦੇ ਹਾਂ। ਫਿਰ ਕੁਆਂਟਾਈਜ਼ਡ ਹੁੰਦੇ ਨੇ ਤੇ ਹਮੇਸ਼ਾ ਹੀ ਕੰਜ਼ਰਵ ਰਹਿੰਦੇ ਆ ਤੇ ਮਾਸ ਦੀ ਤਰ੍ਹਾਂ ਨਹੀਂ ਹੁੰਦਾ ਇਹ ਕਦੇ ਵੀ। ਅਨਲਾਈਕ ਮਾਸ, the electric charge on an object is not affected by the motion of the object। ਕਿ ਜੇ ਹੁਣ ਆਪਾਂ ਮਾਸ ਦੀ ਗੱਲ ਕਰੀਏ ਕਿ ਜੇ ਕੋਈ ਹਲਕਾ ਆਬਜੈਕਟ ਦਿੱਤਾ ਹੋਇਆ, ਕਿ ਹਲਕੀ ਬੋਡੀ ਦਿੱਤੀ ਹੋਈ ਤਾਂ ਉਹ ਬਹੁਤ ਜ਼ਿਆਦਾ ਆਸਾਨੀ ਦੇ ਨਾਲ ਮੂਵ ਕਰ ਜੂਗੀ। ਹੈਵੀ ਬੋਡੀ ਹੋਊਗੀ ਤਾਂ ਆਸਾਨੀ ਦੇ ਨਾਲ ਮੂਵ ਨਹੀਂ ਕਰੂਗੀ। ਤਾਂ ਇਸੇ ਤਰ੍ਹਾਂ ਇਲੈਕਟ੍ਰਿਕ ਚਾਰਜ ਦੇ ਉੱਪਰ ਇੱਦਾਂ ਦਾ ਕੋਈ ਵੀ ਇਫੈਕਟ ਨਹੀਂ ਹੁੰਦਾ, ਚਾਹੇ ਆਪਣੇ ਕੋਲੇ ਘੱਟ ਚਾਰਜ ਦਿੱਤਾ ਚਾਹੇ ਆਪਣੇ ਕੋਲੇ ਵੱਧ ਚਾਰਜ ਦਿੱਤਾ ਹੋਇਆ। ਨੈਕਸਟ ਆਪਣੇ ਕੋਲੇ ਹੈ ਕੂਲਮਜ਼ ਲਾਅ ਇਨ ਇਲੈਕਟ੍ਰੋਸਟੈਟਿਕਸ। ਇਹ ਆਪਣਾ ਬਹੁਤ ਇੰਪੋਰਟੈਂਟ ਟੌਪਿਕ ਆ। ਤਾਂ ਹੁਣ ਇਹਦੇ ਆਪਣੇ ਕੋਲ ਕੀ ਸਟੇਟਮੈਂਟ, ਸਭ ਤੋਂ ਪਹਿਲਾਂ ਕਿ ਜੇ ਆਪਣੇ ਕੋਲ ਕੋਈ ਵੀ 2 ਪੁਆਇੰਟ ਚਾਰਜਸ ਦਿੱਤੇ ਹੋਏ ਨੇ ਤਾਂ ਉਹ ਇੱਕ ਦੂਜੇ ਨੂੰ ਅਟਰੈਕਟ ਕਰਨਗੇ ਜਾਂ ਰਿਪੈਲ ਕਰਨਗੇ। ਤਾਂ ਉਹ ਕਿਹਦੇ ਉੱਪਰ ਡਿਪੈਂਡ ਕਰਦਾ ਕਿ ਕਿਹਨਾਂ ਦੋਨੋਂ ਬੋਡੀਜ਼ ਦੇ, ਉਹਨਾਂ ਦੋਨੋਂ ਚਾਰਜਸ ਦੇ ਵਿੱਚ ਕਿਹੜਾ ਫੋਰਸ ਲੱਗਾ ਹੋਇਆ। ਤਾਂ ਉਹ ਦੋਨੋਂ ਚਾਰਜਸ ਆਪਣੇ ਕੋਲ ਕੀ ਆ, ਪੁਆਇੰਟ ਸਾਈਜ਼ ਦੇ ਹੋਣੇ ਚਾਹੀਦੇ ਆ ਤੇ ਉਹ ਹਮੇਸ਼ਾ ਹੀ ਕੀ ਆ, ਰੈਸਟ ਦੇ ਉੱਪਰ ਹੋਣਗੇ, ਸਟੇਸ਼ਨਰੀ ਚਾਰਜਸ ਹੋਣਗੇ। ਤਾਂ ਡੈਫੀਨੇਸ਼ਨ ਦੇਖੋ ਪਹਿਲਾਂ, ਇਟ ਸਟੇਟਸ ਦੈਟ 2 ਪੁਆਇੰਟ ਚਾਰਜਸ attract or repel each other with the force which is directly proportional to the product of the magnitude of the charges। ਕਿ ਜਿਹੜੇ ਆਪਣੇ 2 ਚਾਰਜ ਦਿੱਤੇ ਹੋਏ ਆ ਉਹਨਾਂ ਦਾ ਜਦੋਂ ਆਪਾਂ ਮਲਟੀਪਲਾਈ ਫਾਈਂਡ ਕਰਦੇ ਹਾਂ, ਪ੍ਰੋਡਕਟ ਕਰਦੇ ਹਾਂ ਤਾਂ ਉਹਨਾਂ ਦਾ ਮੈਗਨੀਟਿਊਡ ਤੇ ਇਨਵਰਸਲੀ ਕਿਹਦੇ ਉੱਪਰ ਡਿਪੈਂਡ ਕਰਦਾ ਕਿ ਦੋਨੋਂ ਚਾਰਜਸ ਦੇ ਵਿਚਕਾਰ ਕਿੰਨੀ ਡਿਸਟੈਂਸ ਸੀ, ਉਹਦਾ ਸਕੇਅਰ। ਤਾਂ ਹੁਣ ਆਪਾਂ ਕੀ ਸਪੋਜ਼ ਕਰਕੇ ਚੱਲਦੇ ਹਾਂ ਪਹਿਲਾਂ ਕਿ A ਤੇ B ਪੁਆਇੰਟ ਦੇ ਉੱਪਰ ਆਪਣੇ ਕੋਲੇ 2 ਚਾਰਜਸ ਨੇ Q1 ਐਂਡ Q2। ਦੋਨਾਂ ਨੂੰ ਆਪਾਂ ਕਿੰਨੀ ਡਿਸਟੈਂਸ ਦੇ ਨਾਲ ਸੈਪਰੇਟ ਕੀਤਾ ਹੋਇਆ, R ਦੇ ਨਾਲ, ਤੇ ਫੋਰਸ ਕਿਹੜਾ ਲੱਗ ਰਿਹਾ ਉੱਥੇ, F। ਤਾਂ ਹੁਣ ਆਪਾਂ ਇੱਥੇ ਕੀ ਡਿਫਾਈਨ ਕੀਤਾ ਸੀ, ਫੋਰਸ ਵਿਚ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦੀ ਪ੍ਰੋਡਕਟ ਆਫ ਦੀ ਮੈਗਨੀਟਿਊਡਸ ਆਫ ਦੀ ਚਾਰਜਸ। ਪ੍ਰੋਡਕਟ ਆਫ ਦੀ ਮੈਗਨੀਟਿਊਡ ਆਫ ਦੀ ਚਾਰਜਸ, ਤਾਂ Q1 ਤੇ Q2 ਮਲਟੀਪਲਾਈ ਕਰਤੀ, ਪ੍ਰੋਡਕਟ ਹੋ ਗਿਆ। ਡਾਇਰੈਕਟਲੀ ਪ੍ਰਪੋਰਸ਼ਨਲ ਸੀ ਤਾਂ F ਡਾਇਰੈਕਟਲੀ ਡਿਪੈਂਡਸ ਅਪੋਨ Q1 ਇੰਟੂ Q2। ਫਿਰ ਨੈਕਸਟ ਕੀ ਸੀ, ਇਨਵਰਸਲੀ ਪ੍ਰਪੋਰਸ਼ਨਲ ਟੂ ਦੀ ਸਕੇਅਰ ਆਫ ਦੀ ਡਿਸਟੈਂਸ। ਇਨਵਰਸਲੀ ਆਪਾਂ 1 ਅਪੋਨ ਕਰਕੇ ਲਿਖ ਦਿੰਦੇ ਇਨਵਰਸਲੀ ਨੂੰ, ਸਕੇਅਰ ਆਫ ਦੀ ਡਿਸਟੈਂਸ ਦਾ ਆਰ ਸੀ। ਹੁਣ ਦੋਨੋਂ ਇਕੁਏਸ਼ਨ ਨੂੰ ਜਦੋਂ ਆਪਾਂ ਕੰਬਾਈਨ ਕਰਦੇ ਹਾਂ ਤਾਂ ਨੈਟ ਇਕੁਏਸ਼ਨ ਕੀ ਬਣ ਜੂ, ਐਫ ਡਾਇਰੈਕਟਲੀ ਪ੍ਰਪੋਰਸ਼ਨਲ ਟੂ Q1 Q2, ਇਨਵਰਸਲੀ ਸੀਗਾ ਆਰ ਸਕੇਅਰ। ਹੁਣ ਤੁਸੀਂ +1 ਦੇ ਵਿੱਚ ਵੀ ਪੜ੍ਹ ਕੇ ਆਉਂਦਾ ਕਿ ਜਦੋਂ ਆਪਣੇ ਕੋਲੇ ਪ੍ਰਪੋਰਸ਼ਨੈਲਿਟੀ ਦਾ ਸਾਈਨ ਆ ਜਾਂਦਾ ਤਾਂ ਉਹਨੂੰ ਆਪਾਂ ਹਮੇਸ਼ਾ ਕਿਹਦੇ ਵਿੱਚ ਚੇਂਜ ਕਰਦੇ ਹਾਂ, ਇਕੁਅਲ ਟੂ ਦੇ ਸਾਈਨ ਦੇ ਵਿੱਚ। ਤੇ ਜਦੋਂ ਆਪਾਂ ਇਸ ਤਰ੍ਹਾਂ ਟਰਾਂਸਫਾਰਮੇਸ਼ਨ ਕਰਦੇ ਹਾਂ ਤਾਂ ਇੱਕ ਆਪਾਂ ਨੂੰ ਕੋਈ ਵੀ ਕੌਨਸਟੈਂਟ ਚਾਹੀਦਾ ਹੁੰਦਾ। ਇੱਥੇ ਆਪਣੇ ਕੋਲੇ ਕੌਨਸਟੈਂਟ ਕਿਹੜਾ ਆ ਗਿਆ, K। ਤਾਂ K ਦੀ ਵੈਲਿਊ ਕਿਹਦੇ ਉੱਪਰ ਡਿਪੈਂਡ ਕਰਦੀ ਹੈ ਕਿ ਆਪਾਂ ਕਿਹੜੇ ਮੀਡੀਅਮ ਦੇ ਵਿੱਚ ਰੱਖਿਆ, ਉਹਦੀ ਨੇਚਰ ਕਿਵੇਂ ਦੀ ਆ। ਤਾਂ ਹੁਣ ਨੈਕਸਟ ਆਪਾਂ ਕੀ ਸਪੋਜ਼ ਕਰਕੇ ਚੱਲਦੇ ਹਾਂ ਕਿ ਵੈਕਿਊਮ ਜਾਂ ਏਅਰ ਦੇ ਵਿੱਚ ਦੋਨੋਂ ਚਾਰਜ ਆਪਾਂ ਰੱਖੇ ਨੇ ਤਾਂ K ਦੀ ਵੈਲਿਊ ਕਿੰਨੀ ਹੋ ਜੂਗੀ, 1/4πε0। ε0 ਆਪਣੇ ਕੋਲੇ ਕੀ ਆ, ਐਬਸੋਲੂਟ ਪਰਮਿਟਿਵਿਟੀ ਆਫ ਫ੍ਰੀ ਸਪੇਸ। ਹੁਣ ਆਹੀ ਸਾਰੀ K ਦੀ ਵੈਲਿਊ ਆ ਆਪਾਂ ਇੱਥੇ ਪੁੱਟ ਕਰਦੇ ਹਾਂ ਥਰਡ ਇਕੁਏਸ਼ਨ 'ਚ। ਤਾਂ F ਇਜ਼ ਇਕੁਅਲ ਟੂ 1/4πε0 Q1 Q2 ਅਪੋਨ ਆਰ ਸਕੇਅਰ, ਐਜ਼ ਇਟ ਇਜ਼ ਰਹਿ ਜੂਗਾ। ਫਿਰ ਨੈਕਸਟ ਆਪਣੇ ਕੋਲ ਹੈ ਐਪਸਾਈਲਨ ਦੀ ਵੈਲਿਊ 8.854 ਇੰਟੂ 10⁻⁻12 ਕੂਲਮ ਸਕੇਅਰ ਪਰ ਨਿਊਟਨ ਪਰ ਮੀਟਰ ਸਕੇਅਰ। ਹੁਣ ਇਹ ਵੈਲਿਊ ਆਪਾਂ ਇੱਥੇ ਪੁੱਟ ਕਰਨੀ ਹੈ। 1/4π ਐਪਸਾਈਲਨ ਦੀ ਆਪਾਂ ਨੂੰ ਵੈਲਿਊ ਚਾਹੀਦੀ ਆ। 1/4π ਐਪਸਾਈਲਨ ਦੀ ਵੈਲਿਊ ਆਪਾਂ ਪਿੱਛੋਂ ਇੱਥੇ ਪੁੱਟ ਕੀਤੀ ਤੇ ਜਦੋਂ ਆਹ ਸਾਰੀ ਵੈਲਿਊ ਨੂੰ ਆਪਾਂ ਸੋਲਵ ਕਰਦੇ ਹਾਂ ਆਪਣੇ ਕੋਲੇ ਕੀ ਰਿਜ਼ਲਟ ਆ ਜਾਊਗਾ, 9 × 10⁻9 ਨਿਊਟਨ ਮੀਟਰ ਸਕੇਅਰ ਪਰ ਕੂਲਮ ਸਕੇਅਰ। ਤਾਂ ਹੁਣ ਇਸੇ ਤਰ੍ਹਾਂ ਆਪਣੀ ਇਕੁਏਸ਼ਨ ਕੀ ਬਣ ਗਈ, F ਇਜ਼ ਇਕੁਅਲ ਟੂ 1/4π ਐਪਸਾਈਲਨ ਦੀ ਵੈਲਿਊ ਕਿੰਨੀ ਆ ਗਈ, 9 × 10⁻9 Q1 Q2 ਅਪੋਨ ਆਰ ਸਕੇਅਰ। ਨੈਕਸਟ ਟੌਪਿਕ ਆਪਣੇ ਕੋਲ ਹੈ ਯੂਨਿਟ ਆਫ ਚਾਰਜ। ਹੁਣ ਆਪਣੇ ਕੋਲੇ 2 ਚਾਰਜ Q1 ਤੇ Q2 ਦਿੱਤੇ ਹੋਏ ਆ, ਉਹਨਾਂ ਦੇ ਵਿਚਕਾਰ ਫੋਰਸ ਕੀ ਆ, F ਲੱਗ ਰਿਹਾ। ਆਪਾਂ ਕਿੰਨੀ ਡਿਸਟੈਂਸ ਦੇ ਉੱਪਰ ਰੱਖੇ ਹੋਏ ਦੋਨੋਂ ਚਾਰਜ, R ਡਿਸਟੈਂਸ ਦੇ ਉੱਪਰ। ਤਾਂ F ਵੈਕਿਊਮ ਦੀ ਕਿੰਨੀ ਵੈਲਿਊ ਆ ਗਈ, 9 × 10⁻9 Q1 Q2 ਅਪੋਨ ਆਰ ਸਕੇਅਰ। ਹੁਣ ਆਪਾਂ ਕੀ ਸਪੋਜ਼ ਕਰਕੇ ਚੱਲਦੇ ਹਾਂ ਕਿ ਜਿਹੜੇ Q1 ਤੇ Q2 ਆਪਾਂ ਨੂੰ 2 ਚਾਰਜ ਦਿੱਤੇ ਹੋਏ ਆ, ਉਹਨਾਂ ਦੋਨਾਂ ਦਾ ਮੈਗਨੀਟਿਊਡ ਕੀ ਆ ਆਪਣੇ ਕੋਲ ਸੇਮ ਆ, ਤੇ ਇਸੇ ਕਰਕੇ ਉਹਨੂੰ ਆਪਾਂ ਰਿਪਰਜੈਂਟ ਕੀਤਾ Q ਦੇ ਨਾਲ। ਤੇ R ਜਿਹੜੀ ਉਹਨਾਂ ਦੋਨਾਂ ਚਾਰਜਸ ਦੇ ਵਿਚਕਾਰ ਡਿਸਟੈਂਸ ਸੀਗੀ ਉਹ ਆਪਾਂ ਕਿੰਨੀ ਸਪੋਜ਼ ਕੀਤੀ, 1 ਮੀਟਰ। F ਦੀ ਵੈਲਿਊ ਵੀ ਆਪਾਂ ਕਿੰਨੀ ਸਪੋਜ਼ ਕੀਤੀ, 9 × 10⁻9 ਨਿਊਟਨ। ਹੁਣ ਆਹ ਸਾਰੀਆਂ ਵੈਲਿਊਜ਼ ਫਸਟ ਇਕੁਏਸ਼ਨ 'ਚ ਪੁੱਟ ਕਰ ਦਿਓ
ਤਾਂ ਆਪਣੀ ਇਕੁਏਸ਼ਨ ਕੀ ਬਣ ਗਈ 9 × 10⁻9 ਇੱਕ ਦੂਜੇ ਨਾਲ ਕੱਟ ਹੋ ਗਏ, ਕਿਊ ਨੂੰ ਕਿਊ ਨਾਲ ਮਲਟੀਪਲਾਈ ਕੀਤੀ ਤਾਂ ਕਿਊ ਸਕੁਅਰ ਤਾਂ ਕਿਹਦੇ ਇਕੁਅਲ ਹੋ ਗਿਆ 1 ਦੇ। ਹੁਣ ਜਦੋਂ ਆਪਾਂ ਸਕੁਅਰ ਨੂੰ ਸੋਲਵ ਕਰਨਾ ਤਾਂ ਹਮੇਸ਼ਾ ਹੀ ਆਪਣੇ ਕੋਲ ਵੈਲਿਊਜ਼ ਕਿਵੇਂ ਆ ਜਾਂਦੀਆਂ, ਸਕੁਅਰ ਨੂੰ ਹਟਾਉਣਾ ਤਾਂ ਸਕੁਅਰ ਰੂਟ ਲਵਾਂਗੇ ਤਾਂ Q = +-1 ਕੂਲਮ। ਤਾਂ ਹੁਣ ਇਹਦੀ ਡੈਫੀਨੇਸ਼ਨ ਵੀ ਆਪਾਂ ਸਾਰੀ ਲਿਖਣੀ ਹੈ ਕਿ 1 ਕੂਲਮ ਚਾਰਜ ਆਪਣੇ ਕੋਲ ਕਿਹੜਾ ਹੁੰਦਾ ਕਿ ਜਿਹੜਾ ਇਕੁਅਲ ਤੇ ਸਿਮੀਲਰ ਚਾਰਜ, ਇੱਥੇ ਆਪਾਂ ਲਿਆ ਸੀ ਨਾ Q1 ਤੇ Q2 ਦੋਨੋਂ ਇੱਕ ਦੂਜੇ ਦੇ ਇਕੁਅਲ ਸੀ, ਸਿਮੀਲਰ ਚਾਰਜਸ ਸੀਗੇ, ਤਾਂ ਉਹਨੇ ਕੀ ਕਰਨਾ ਹਮੇਸ਼ਾ ਹੀ ਰਿਪੈਲ ਕਿੰਨੇ ਫੋਰਸ ਦੇ ਨਾਲ 9 × 10⁻9 ਨਿਊਟਨ। ਤੇ ਕਦੋਂ ਰਿਪੈਲ ਕੀਤਾ, ਜਦੋਂ ਉਹਨਾਂ ਨੂੰ ਆਪਾਂ ਵੈਕਿਊਮ ਜਾਂ 에ਅਰ ਦੇ ਵਿੱਚ ਰੱਖਿਆ ਹੋਇਆ ਸੀ 1 ਮੀਟਰ ਦੀ ਡਿਸਟੈਂਸ ਦੇ ਉੱਪਰ। ਹੁਣ ਨੈਕਸਟ ਆਪਣੇ ਕੋਲ ਹੈ ਕੂਲਮਜ਼ ਲਾ ਇਨ ਵੈਕਟਰ ਫੋਰਮ। ਤਾਂ ਹੁਣ ਫਿਰ ਆਪਣੇ ਕੋਲ ਨੈਕਸਟ ਕਿ ਦੋ ਲਾਈਕ ਚਾਰਜਸ ਨੇ ਆਪਣੇ ਕੋਲ Q1 ਤੇ Q2, ਉਹਨਾਂ ਨੂੰ ਆਪਾਂ ਕਿੱਥੇ ਰੱਖਿਆ A ਤੇ B ਪੁਆਇੰਟ ਦੇ ਉੱਪਰ, ਕਿੰਨੀ ਡਿਸਟੈਂਸ ਆ ਦੋਨਾਂ ਦੇ ਵਿੱਚ R। ਤਾਂ ਦੋਨੋਂ ਚਾਰਜਸ ਨੇ ਕੀ ਆ ਇਕੁਅਲ ਰਿਪਲਸਿਵ ਫੋਰਸ ਉਹਨਾਂ ਦੇ ਉੱਪਰ ਲਗਾਇਆ। ਕਿਉਂ ਰਿਪਲਸਿਵ, ਕਿਉਂਕਿ ਸੇਮ ਚਾਰਜਸ ਸੀਗੇ, ਤਾਂ ਸੇਮ ਚਾਰਜ ਹੋਣਗੇ ਤਾਂ ਇੱਕ ਦੂਜੇ ਨੂੰ ਰਿਪੈਲ ਕਰਨਗੇ, ਅਨਲਾਈਕ ਚਾਰਜ ਹੋਣਗੇ ਤਾਂ ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਤਾਂ ਹੁਣ ਇਸੇ ਕਰਕੇ ਉਹਨਾਂ ਨੇ ਕੀ ਆ ਰਿਪਲਸਿਵ ਫੋਰਸ ਐਗਜ਼ਰਟ ਕੀਤਾ। ਤਾਂ ਹੁਣ ਆਪਾਂ ਕੀ ਸਪੋਜ਼ ਕਰਦੇ ਹਾਂ Q1 ਸੀਗਾ A ਦੇ ਉੱਪਰ, Q2 ਸੀਗਾ B ਪੁਆਇੰਟ ਦੇ ਉੱਪਰ। ਯੂਨਿਟ ਵੈਕਟਰਸ ਕੀ ਹੁੰਦੇ ਨੇ ਆਪਣੇ ਕੋਲ ਡਾਇਰੈਕਸ਼ਨ ਡਿਨੋਟ ਕਰਦੇ ਆ, ਸ਼ੋਅ ਕਰਦੇ ਆਪਾਂ ਨੂੰ ਕਿ ਕਿੱਧਰ ਫੋਰਸ ਆਪਣੇ ਕੋਲ ਲੱਗ ਰਿਹਾ ਹੈ। ਤਾਂ ਹੁਣ ਇੱਥੇ ਆਪਣੇ ਕੋਲ ਕੀ ਆ R⁻1 2। ਤਾਂ ਹੁਣ ਇਹਨੇ ਆਪਾਂ ਨੂੰ ਕੀ ਆ ਯੂਨਿਟ ਵੈਕਟਰ ਹੈਗਾ ਫਸਟ ਚਾਰਜ ਦੇ ਲਈ R⁻2 ਸੈਕਿੰਡ ਚਾਰਜ Q2 ਦੇ ਲਈ ਯੂਨਿਟ ਵੈਕਟਰ ਆ। ਤਾਂ ਹੁਣ ਕੀ ਆ F1 2 ਆਪਣੇ ਕੋਲ ਫੋਰਸ ਲੱਗ ਰਿਹਾ ਹੈ ਚਾਰਜ Q1 ਦੇ ਉੱਪਰ, ਤਾਂ ਉਹ ਕਿਹਦੇ ਕਰਕੇ ਲੱਗਿਆ Q2 ਨੇ ਕਿੰਨਾ ਫੋਰਸ ਲਗਾਇਆ। ਹੁਣ ਫਿਰ Q2 ਦੇ ਉੱਪਰ ਜਿਹੜਾ ਫੋਰਸ ਲੱਗਿਆ F21, ਹੁਣ ਇਹ ਕਿਹਦੇ ਕਰਕੇ ਲੱਗ ਰਿਹਾ Q1 ਦੇ ਕਾਰਨ, ਤਾਂ ਇਸੇ ਕਰਕੇ ਆਪਾਂ ਇਹਨੂੰ ਲਿਖਿਆ ਹੈ F21, Q2 ਦੇ ਉੱਪਰ ਕਿੰਨਾ ਫੋਰਸ ਲੱਗਿਆ Q1 ਦੇ ਕਾਰਨ। ਤਾਂ ਹੁਣ ਨੈਕਸਟ ਕੂਲਮ ਲਾਅ ਨੇ ਆਪਾਂ ਨੂੰ ਕੀ ਡਿਫਾਈਨ ਕੀਤਾ ਸੀਗਾ, ਤਾਂ ਉੱਥੋਂ ਫੋਰਸ ਦੀ ਵੈਲਿਊ ਸੀਗੀ 1/4πε0 Q1 Q2/r²। ਤਾਂ ਦੋਨੋਂ ਫੋਰਸਿਸ ਦਾ ਜਦੋਂ ਆਪਾਂ ਮੈਗਨੀਟਿਊਡ ਲੈਣਾ ਤਾਂ ਹਮੇਸ਼ਾ ਹੀ ਆਪਾਂ ਮੋਡ ਦੇ ਨਾਲ ਸ਼ੋਅ ਕਰਨਾ। ਹੁਣ ਨੈਕਸਟ ਆਪਣੇ ਕੋਲ ਹੈ R⁻1 2 ਆਪਣੇ ਕੋਲ ਕੀ ਆ ਯੂਨਿਟ ਵੈਕਟਰ ਆ, ਉਹ ਆਪਾਂ ਨੂੰ ਕੀ ਸ਼ੋਅ ਕਰਦਾ ਹੈ ਕਿ Q1 ਤੋਂ Q2 ਤੱਕ ਆਪਾਂ ਸ਼ੋਅ ਕੀਤਾ ਕਿ ਚਾਰਜ ਨੇ ਕਿਵੇਂ ਮੂਵ ਕੀਤਾ। ਤਾਂ R⁻21 ਆਪਣੇ ਕੋਲ ਕੀ ਹੈ ਯੂਨਿਟ ਵੈਕਟਰ, ਇਹਨੇ ਕਿੱਥੋਂ ਆ ਚਾਰਜ Q2 ਤੋਂ Q1 ਦੇ ਉੱਪਰ। ਤਾਂ ਫੋਰਸ ਵੈਕਟਰ ਜਿਹੜੀ F1 2 ਦੀ ਵੈਲਿਊ ਸੀ F1 2, ਤਾਂ ਹੁਣ ਉਹ ਆਪਣੇ ਕੋਲ ਕਿਵੇਂ ਲੱਗ ਰਿਹਾ ਹੈ F1 2 ਦੀ ਡਾਇਰੈਕਸ਼ਨ ਇੱਧਰ ਆ ਰਹੀ ਹੈ ਆਪਣੇ ਕੋਲ ਲੈਫਟ ਸਾਈਡ ਦੇ ਉੱਪਰ, ਤੇ R⁻1 2 ਦੋਨਾਂ ਦੀ ਡਾਇਰੈਕਸ਼ਨ ਦੇਖੋ ਆਪਣੇ ਕੋਲ ਕੀ ਹੈ ਸੇਮ ਆ। ਤਾਂ ਇਸੇ ਕਰਕੇ ਆਪਾਂ ਜਦੋਂ F1 2 ਨੂੰ ਲਿਖਿਆ ਤਾਂ ਉਹ ਕਿਵੇਂ ਲਿਖਿਆ 1/4πε0 Q1 Q2/r² R⁻21। ਤਾਂ ਹੁਣ ਇਸੇ ਕਰਕੇ ਜਦੋਂ ਫੋਰਸ ਵੈਕਟਰ F21 ਆਪਾਂ ਲਿਖਣਾ ਹੈ ਉਹ ਕਿਹਦੀ ਸੇਮ ਡਾਇਰੈਕਸ਼ਨ 'ਚ ਲੱਗ ਰਿਹਾ R⁻1 2 F21। ਤਾਂ ਹੁਣ ਆਪਣੇ ਕੋਲ ਕਿੱਧਰ ਹੋ ਗਈ ਡਾਇਰੈਕਸ਼ਨ R⁻1 2, ਦੋਨਾਂ ਦੀ ਡਾਇਰੈਕਸ਼ਨ ਸੇਮ ਲੱਗ ਰਹੀ ਹੈ। ਤਾਂ F⁻21 = 1/4πε0 Q1 Q2/r² R⁻1 2। ਹੁਣ ਇਹਦੀ ਇੰਪੋਰਟੈਂਸ ਕੀ ਹੈ ਕਿ ਜੇ ਆਪਾਂ ਵੈਕਟਰ ਫਾਰਮ ਦੇ ਵਿੱਚ ਕੂਲਮ ਲਾਅ ਨੂੰ ਲਿਖ ਰਹੇ ਹਾਂ ਤਾਂ ਇਹਨੇ ਆਪਾਂ ਨੂੰ ਕੀ ਦੱਸਿਆ ਕੀ ਸ਼ੋਅ ਕੀਤਾ ਕਿ ਜਿਹੜੇ ਦੋਨੋਂ ਫੋਰਸਿਸ ਸੀਗੇ ਇਕੁਅਲ ਤੇ ਆਪੋਜ਼ਿਟ ਲੱਗਦੇ ਨੇ ਹਮੇਸ਼ਾ ਹੀ। ਤਾਂ ਹੁਣ ਆਪਣੇ ਕੋਲ ਕੀ ਹੈ ਜਿਹੜੇ ਯੂਨਿਟ ਵੈਕਟਰ ਦਿੱਤੇ ਹੋਏ ਸੀ ਦੋਨਾਂ ਦੀ ਡਾਇਰੈਕਸ਼ਨ ਆਪਣੇ ਕੋਲ ਕਿਵੇਂ ਲੱਗ ਰਹੀ ਸੀ ਇੱਕ ਦੂਜੇ ਤੋਂ ਆਪੋਜ਼ਿਟ ਸੀ। ਇੱਥੇ ਆਪਾਂ ਸ਼ੋਅ ਕਰਕੇ ਹਟੇ ਸੀਗੇ ਕਿ R⁻1 2 ਦੀ ਡਾਇਰੈਕਸ਼ਨ ਸੀ R⁻1 2, ਇੱਧਰ ਆਪਣੇ ਕੋਲ ਹੋ ਗਿਆ R⁻21। ਤਾਂ ਦੋਨੋਂ ਕਿਸੇ ਇੱਕ ਦੂਜੇ ਦੇ ਇਕੁਅਲ ਐਂਡ ਆਪੋਜ਼ਿਟ। ਤਾਂ ਹੁਣ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਕਰਦੇ ਆ ਤਾਂ ਆਪਾਂ ਕਿਵੇਂ ਲਿਖ ਸਕਦੇ ਹਾਂ R⁻21 = -R⁻1 2। ਹੁਣ ਆਹ ਵੈਲਿਊ ਆਪਾਂ ਇੱਥੇ ਸਾਰੀ ਪੁੱਟ ਕਰਨੀ ਆ ਸੈਕਿੰਡ ਇਕੁਏਸ਼ਨ ਦੇ ਵਿੱਚ। ਤਾਂ ਸੈਕਿੰਡ ਇਕੁਏਸ਼ਨ ਆਪਣੀ ਕੀ ਬਣ ਜਾਊਗੀ F1 2 ਜਿਹੜਾ ਫੋਰਸ ਲੱਗ ਰਿਹਾ ਸੀ 1/4πε0 Q1 Q2/r² R⁻21 ਦੀ ਜਗ੍ਹਾ 'ਤੇ ਆਪਾਂ ਕੀ ਪੁੱਟ ਕਰਤਾ -R⁻1 2। ਹੁਣ ਮਾਈਨਸ ਸਾਈਨ ਆਪਾਂ ਅੱਗੇ ਲੈ ਆਂਦਾ ਤਾਂ ਆ ਸਾਰੀ ਇਕੁਏਸ਼ਨ ਹੁਣ ਦੇਖੋ ਕਿਹਦੀ ਬਣ ਰਹੀ ਆ 1/4πε0 Q1 Q2/r² R⁻1 2। ਇੱਥੇ ਵੀ ਆਪਣੇ ਕੋਲ ਸੇਮ ਇਕੁਏਸ਼ਨ ਬਣ ਗਈ। ਤਾਂ ਇਹ ਕਿਹਦੇ ਇਕੁਅਲ ਹੋ ਗਿਆ -F21। ਤਾਂ ਦੋਨੋਂ ਫੋਰਸਿਸ ਇੱਕ ਦੂਜੇ ਦੇ ਇਕੁਅਲ ਤੇ ਆਪੋਜ਼ਿਟ ਹੋ ਗਏ।
ਹੁਣ ਨੈਕਸਟ ਆਪਣੇ ਕੋਲ ਕੀ ਹੈ, ਜਿਹੜਾ ਇਲੈਕਟ੍ਰੋਸਟੈਟਿਕ ਫੋਰਸ ਦੋਨੋਂ ਚਾਰजेस ਦੇ ਵਿੱਚ ਲੱਗ ਰਿਹਾ ਉਹ ਹਮੇਸ਼ਾ ਹੀ ਕੀ ਆ ਸੈਂਟਰਲ ਫੋਰਸ ਹੋਊਗਾ ਨੇਚਰ ਦੇ ਵਿੱਚ, ਮਤਲਬ ਜਿਹੜੀ ਲਾਈਨ ਦੋਨੋਂ ਚਾਰजेस ਨੂੰ ਆਪਸ ਦੇ ਵਿੱਚ ਜੁਆਇਨ ਕਰ ਰਹੀ ਆ ਉਹਦੇ ਅਲੋਂਗ ਐਕਟ ਕਰਨਾ। ਹੁਣ ਨੈਕਸਟ ਆਪਣੇ ਕੋਲ ਕੀ ਆ ਫੋਰਸ ਬਿਟਵੀਨ ਟੂ ਚਾਰजेस ਇਨ ਟਰਮਸ ਆਫ देयर ਪੋਜੀਸ਼ਨ ਵੈਕਟਰ। ਹੁਣ ਆਪਾਂ ਪੋਜੀਸ਼ਨ ਵੈਕਟਰ ਦੀ ਫਾਰਮ 'ਚ ਲਿਖਣਾ। ਤਾਂ ਹੁਣ ਫਿਰ ਆਪਣੇ ਕੋਲ A ਤੇ B ਦੇ ਉੱਪਰ ਕੋਈ ਆ ਦੋ ਚਾਰजेस ਨੇ Q1 ਤੇ Q2। ਕੋਆਰਡੀਨੇਟ ਐਕਸਿਸ XYZ ਐਕਸਿਸ ਦੇ ਵਿੱਚ ਆਪਣੇ ਕੋਲ A ਤੇ B ਪੁਆਇੰਟ ਦੇ ਉੱਪਰ Q1 ਤੇ Q2 ਚਾਰजेस ਪਏ ਨੇ। ਓਰੀਜਨ ਤੋਂ A ਤੱਕ ਦੀ ਡਿਸਟੈਂਸ ਆਪਣੇ ਕੋਲ ਹੈਗੀ ਆ R1, ਓਰੀਜਨ ਤੋਂ B ਤੱਕ ਦੀ ਡਿਸਟੈਂਸ ਆਪਣੇ ਕੋਲ ਹੈ R2। AB ਲਾਈਨ ਦੋਨਾਂ ਜਿਹੜੇ ਜੁਆਇਨ ਕਰ ਰਹੀ ਆ। ਹੁਣ ਇੱਥੇ ਆਪਣੇ ਕੋਲ ਕੀ ਆ ਜਾਊਗਾ ਫਿਰ R ਵੈਕਟਰ ਕਿ ਦੋਨਾਂ ਦੇ ਵਿੱਚ ਕਿੰਨਾ ਡਿਫਰੈਂਸ ਸੀ, ਪੋਜੀਸ਼ਨ ਵੈਕਟਰ ਆਪਾਂ ਪੋਜੀਸ਼ਨ ਦੇ ਨਾਲ ਉਹਨੂੰ ਸ਼ੋ ਕੀਤਾ ਓਰੀਜਨ ਤੋਂ। ਤਾਂ ਫਿਰ ਆਪਣੇ ਕੋਲ Q1 ਦੇ ਲਈ ਫੋਰਸ ਲੱਗ ਗਿਆ F12, Q2 ਦੇ ਲਈ ਆਪਣੇ ਕੋਲ ਫੋਰਸ ਲੱਗ ਗਿਆ F21। ਤਾਂ ਹੁਣ ਇੱਥੇ O ਤੋਂ A ਐਕਟ ਕੀਤਾ ਸੀ, ਫਿਰ O ਤੋਂ B ਐਕਟ ਕੀਤਾ ਸੀ। ਤਾਂ ਜਿਹੜਾ ਨੈਟ ਰਿਜ਼ਲਟ ਸੀ ਆਪਣੇ ਕੋਲੇ ਰਿਜ਼ਲਟੈਂਟ ਆ ਉਹ ਕਿੱਥੋਂ ਐਕਟ ਕਰ ਰਿਹਾ B ਤੋਂ A ਵੱਲ। ਤਾਂ ਹੁਣ ਇੱਥੇ ਆਪਣੇ ਕੋਲ ਫਿਰ ਡਾਇਰੈਕਸ਼ਨ ਹੋ ਜੂਗੀ R21 ਯੂਨਿਟ ਵੈਕਟਰ। ਤਾਂ ਫਿਰ ਆਪਣੇ ਕੋਲ ਫੋਰਸ ਦੀ ਵੈਲਿਊ 1/4πε0 Q1 Q2 R²। R21 ਕਿਹਦੇ ਇਕੁਅਲ ਆ F12। ਹੁਣ ਇਸ ਇਕੁਏਸ਼ਨ ਆਪਾਂ ਕੀ ਕਰਾਂਗੇ R ਦੇ ਨਾਲ ਮਲਟੀਪਲਾਈ ਤੇ ਡਿਵਾਈਡ। ਤਾਂ ਇੱਥੇ ਆਪਣੇ ਕੋਲ ਬਣ ਜੂਗਾ R × R²। ਇੱਥੇ ਆਪਣੇ ਕੋਲ R² ਸੀ, R ਨਾਲ ਮਲਟੀਪਲਾਈ ਕੀਤੀ ਤਾਂ ਕੀ ਬਣ ਜੂਗਾ R³। R × R² ਬਾਕੀ ਸਾਰੀ ਇਕੁਏਸ਼ਨ ਸੇਮ ਬਣ ਗਈ। ਤਾਂ ਹੁਣ ਆਪਣੇ ਕੋਲ ਟ੍ਰਾਇੰਗਲ ਲੋ ਕੀ ਸੀ +1 'ਚ ਤੁਸੀਂ ਪੜ੍ਹ ਕੇ ਆਂਦਾ ਹੈ ਕਿ ਆਪਣੇ ਕੋਲ OB + BA ਇਹ ਆਪਣੇ ਕੋਲ ਵੈਕਟਰਸ ਕੀ ਨੇ ਸੇਮ ਡਾਇਰੈਕਸ਼ਨ ਦੇ ਵਿੱਚ ਐਕਟ ਕਰਦੇ ਆ। ਤਾਂ ਰਿਜ਼ਲਟੈਂਟ ਆਪਾਂ ਨੂੰ ਕਿਵੇਂ ਮਿਲੂਗਾ ਜਿਹੜਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਕਰੂਗਾ। ਤਾਂ OA ਆਪਣੇ ਕੋਲ ਕੀ ਹੋ ਜਾਊਗਾ ਉਹਦਾ ਰਿਜ਼ਲਟੈਂਟ। ਤਾਂ ਹੁਣ ਇੱਥੋਂ BA ਦੀ ਵੈਲਿਊ ਫਿਰ ਕਿੰਨੀ ਆ ਗਈ OA - OB। ਤਾਂ ਹੁਣ ਆਪਣੇ ਕੋਲ ਵੈਲਿਊਜ਼ ਦੇਖੋ OA ਦੀ ਵੈਲਿਊ ਕਿੰਨੀ ਸੀਗੀ R1, OB ਦੀ ਵੈਲਿਊ ਕਿੰਨੀ ਸੀ R2। ਤਾਂ ਆਪਣੇ ਕੋਲ ਵੈਲਿਊ ਕਿੰਨੀ ਬਣ ਗਈ ਫਿਰ R1 - R2। ਹੁਣ ਆ ਵੀ ਤੁਸੀਂ +1 'ਚ ਕਨਸੈਪਟ ਪੜ੍ਹ ਕੇ ਆਉਂਦਾ ਸੀ ਕਿ ਯੂਨਿਟ ਵੈਕਟਰ ਕਿਹਦੇ ਇਕੁਅਲ ਹੁੰਦਾ R ਵੈਕਟਰ ਅਪੋਨ ਮੈਗਨੀਟਿਊਡ ਆਫ R ਵੈਕਟਰ। ਮੈਗਨੀਟਿਊਡ ਨੂੰ ਵੀ ਆਪਾਂ ਇਕੱਲਾ R ਦੇ ਨਾਲ ਲਿਖ ਸਕਦੇ ਹਾਂ। ਤੁਹਾਨੂੰ ਕ੍ਰਾਸ ਮਲਟੀਪਲਾਈ ਕਰ ਦਿਓ R ਵੈਕਟਰ ਇਜ਼ ਇਕੁਅਲ ਟੂ R × R²। ਤਾਂ ਸੇਮ ਇਕੁਏਸ਼ਨਸ ਬਣ ਗਈਆਂ ਆਪਣੇ ਕੋਲੇ। ਹੁਣ ਆ ਸਾਰੀ ਵੈਲਿਊ ਆਪਾਂ ਸੈਕੰਡ ਇਕੁਏਸ਼ਨ ਦੇ ਵਿੱਚ ਪੁੱਟ ਕਰ ਦੇਣੀ ਹੈ। ਤਾਂ ਹੁਣ ਨੈਕਸਟ ਦੇਖੋ ਆਪਣੇ ਕੋਲ। ਤਾਂ ਹੁਣ ਇੱਥੇ ਫਿਰ ਆਪਣੇ ਕੋਲੇ ਵੈਲਿਊ ਕਿੰਨੀ ਬਣ ਜੂਗੀ R ਵੈਕਟਰ ਦੇ ਵਿੱਚ F12 1/4πε0 Q1 Q2। ਇੱਥੇ ਆਪਣੇ ਕੋਲੇ ਕਿੰਨੀ ਵੈਲਿਊ ਸੀਗੀ R³। ਹੁਣ ਜੇ ਆਪਾਂ ਉਹਦਾ ਮੈਗਨੀਟਿਊਡ ਫਾਈਂਡ ਕਰਦੇ ਹਾਂ ਤਾਂ ਇੱਥੇ ਵੀ ਆਪਣੇ ਕੋਲੇ ਕੀ ਉਹਦਾ ਮੈਗਨੀਟਿਊਡ ਰਹਿ ਜੂਗਾ। ਤਾਂ ਮੈਗਨੀਟਿਊਡ ਦੀ ਵੈਲਿਊ ਫਿਰ ਕਿਹਦੇ ਇਕੁਅਲ ਹੁੰਦੀ ਆ R ਦੀ। ਤਾਂ ਹੁਣ ਇੱਥੇ ਆਪਣੇ ਕੋਲੇ ਕਿਊਬ ਸੀ ਤਾਂ R³ ਕਿਹਦੇ ਇਕੁਅਲ ਹੋ ਗਿਆ R1 - R2 ਦਾ ਕਿਊਬ। ਫਿਰ ਨੈਕਸਟ R × R² ਉਹ ਵੈਲਿਊ ਕਿਹਦੇ ਇਕੁਅਲ ਹੋ ਗਈ R1 - R2। ਤਾਂ ਇਸੇ ਤਰ੍ਹਾਂ F21 ਦੇ ਵਿੱਚ ਕਿੰਨਾ ਹੋ ਜਾਊਗਾ 1/4πε0 Q1 Q2 R2 - R1³ R2 - R1। ਹੁਣ ਨੈਕਸਟ ਆਪਣੇ ਕੋਲ ਹੈ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਆ ਕਿ ਜੇ ਆਪਣੇ ਕੋਲ 2 ਤੋਂ ਜ਼ਿਆਦਾ ਚਾਰजेस ਦਿੱਤੇ ਹੋਣਗੇ ਕੂਲਮ ਲਾਅ ਆਪਾਂ ਪੜ੍ਹ ਕੇ ਆਂਦਾ ਉਹਦੇ ਵਿੱਚ ਆਪਣੇ ਕੋਲ ਕਿੰਨੇ ਸੀਗੇ ਸਿਰਫ 2 ਚਾਰजेस ਦਿੱਤੇ ਹੋਏ ਸੀ। ਤਾਂ ਜੇ ਆਪਣੇ ਕੋਲ 2 ਜਾਂ 2 ਤੋਂ ਜ਼ਿਆਦਾ ਚਾਰजेस ਦਿੱਤੇ ਹੋਣਗੇ ਤਾਂ ਆਪਾਂ ਨੈਟ ਫੋਰਸ ਕਿਵੇਂ ਫਾਈਂਡ ਕਰਨਾ ਕਿ ਆਪਾਂ ਇਕੱਲੇ ਚਾਰਜ ਨੇ ਕਿੰਨਾ ਫੋਰਸ ਐਗਜ਼ਰਟ ਕੀਤਾ ਸਾਰਿਆਂ ਨੂੰ ਆਪਾਂ ਪਲੱਸ ਕਰਕੇ ਟੋਟਲ ਫੋਰਸ ਫਾਈਂਡ ਕਰ ਸਕਦੇ ਹਾਂ। ਤਾਂ ਹੁਣ ਇਹਦੇ ਵਿੱਚ ਆਪਾਂ ਕੀ ਸਪੋਜ਼ ਕਰਦੇ ਕਿ n ਨੰਬਰ ਆਫ ਚਾਰजेस ਆਪਾਂ ਨੂੰ ਦਿੱਤੇ ਹੋਏ ਨੇ। ਤਾਂ Q1 ਚਾਰਜ ਦੇ ਉੱਪਰ ਆਪਾਂ ਦੇਖਣਾ ਕਿ ਸਾਰਿਆਂ ਨੇ ਕਿੰਨਾ ਫੋਰਸ ਐਗਜ਼ਰਟ ਕੀਤਾ। Q1 ਚਾਰਜ ਸੀ, ਹੁਣ Q2 Q3 Q4 Q5 6 7 ਅਪ ਟੂ n ਨੰਬਰ ਆਫ ਚਾਰजेस Qn। ਹੁਣ ਆਪਣੇ ਕੋਲ ਕੀ ਆ Q2 ਤੇ Q1 ਦੇ ਵਿਚਕਾਰ ਕਿੰਨਾ ਫੋਰਸ ਲੱਗ ਰਿਹਾ ਤਾਂ ਉਹ ਆਪਣੇ ਕੋਲ ਵੈਲਿਊ ਕਿੰਨੀ ਹੋ ਜੂਗੀ F12। ਮਤਲਬ Q1 ਦੇ ਉੱਪਰ Q2 ਨੇ ਕਿੰਨਾ ਚਾਰਜ ਲਾਇਆ, ਫਿਰ Q1 ਦੇ ਉੱਪਰ Q3 ਨੇ ਕਿੰਨਾ ਚਾਰਜ ਲਾਇਆ F13। Q1 ਦੇ ਉੱਪਰ Qn ਨੇ ਕਿੰਨਾ ਚਾਰਜ ਲਾਇਆ F1n। ਤਾਂ Q2 ਤੇ Q1 ਦੇ ਵਿੱਚ ਕਿੰਨੀ ਡਿਸਟੈਂਸ ਆ ਉਹਨੂੰ ਆਪਾਂ ਸ਼ੋ ਕੀਤਾ R12 ਦੇ ਨਾਲ। ਤੇ ਯੂਨਿਟ ਵੈਕਟਰ ਹੋ ਗਿਆ R#21 ਕਿਉਂਕਿ 2 ਤੋਂ
1 ਦੀ ਡਾਇਰੈਕਸ਼ਨ 'ਚ ਜਾ ਰਿਹਾ। ਫਿਰ ਨੈਕਸਟ Q1 ਤੇ Q3 ਦੇ ਵਿਚਕਾਰ ਡਿਸਟੈਂਸ ਆ ਗਈ R13, ਯੂਨਿਟ ਵੈਕਟਰ ਹੋ ਗਿਆ R ਕੈਪ 31, ਕਿਉਂਕਿ ਇਹ ਐਕਟ ਕਿਵੇਂ ਕਰ ਰਿਹਾ 3 ਤੋਂ 1 ਦੇ ਵਾਲੀ ਡਾਇਰੈਕਸ਼ਨ 'ਚ। ਯੂਨਿਟ ਵੈਕਟਰ ਹਮੇਸ਼ਾ ਹੀ ਡਾਇਰੈਕਸ਼ਨ ਦੱਸਦਾ। ਫਿਰ ਨੈਕਸਟ ਆਪਣੇ ਕੋਲ ਹੈਗਾ ਚਾਰਜ Q1 ਤੇ Qn, ਉਹਨਾਂ ਦੇ ਵਿੱਚ ਡਿਸਟੈਂਸ R1n ਤੇ ਯੂਨਿਟ ਵੈਕਟਰ R ਕੈਪ n1। ਤਾਂ ਹੁਣ ਡੈਫੀਨੇਸ਼ਨ ਆਪਣੇ ਕੋਲ ਕੀ ਸੀ, ਇਟ ਸਟੇਟਸ ਦੈਟ ਵੈਨ ਆ ਨੰਬਰ ਆਫ ਚਾਰਜਿਸ ਆਰ ਇੰਟਰੈਕਟਿੰਗ, ਕਿ ਜੇ ਆਪਣੇ ਕੋਲ ਕਾਫੀ ਜ਼ਿਆਦਾ ਅਮਾਊਂਟ 'ਚ ਚਾਰਜ ਪਿਆ ਹੈ, n ਨੰਬਰ ਆਫ ਚਾਰਜਿਸ ਨੇ, ਤਾਂ ਉਹਨਾਂ ਨੇ ਇੱਕ ਦੂਜੇ ਨਾਲ ਇੰਟਰੈਕਟ ਕੀਤਾ, ਤਾਂ ਟੋਟਲ ਫੋਰਸ ਗਿਵਨ ਚਾਰਜ ਜਿਹੜਾ ਆਪਾਂ ਇੱਥੇ Q1 ਲੈ ਕੇ ਚੱਲੇ ਹਾਂ, ਤਾਂ ਉਹ ਕਿਹਦੇ ਇਕੁਅਲ ਹੋਊਗਾ, ਵੈਕਟਰ ਸਮ ਆਫ ਦੀ ਇੰਡੀਵਿਜੂਅਲ ਫੋਰਸਿਸ, ਕਿ ਇਕੱਲਾ ਇਕੱਲਾ ਫੋਰਸ ਆ ਉਹਦਾ ਆਪਾਂ ਵੈਕਟਰ ਸਮ ਫਾਈਂਡ ਕਰਨਾ ਕਿ ਉਹਨੇ ਕਿੰਨਾ ਫੋਰਸ ਗਿਵਨ ਚਾਰਜ ਦੇ ਉੱਪਰ ਲਗਾਇਆ। ਹੁਣ ਇਸੇ ਕਰਕੇ ਆਪਾਂ ਸਪੋਜ਼ ਕਰਦੇ ਹਾਂ ਸਾਰੇ n ਨੰਬਰ ਆਫ ਚਾਰਜਿਸ ਨੇ, ਤਾਂ ਇੱਕ ਦੂਜੇ ਨਾਲ ਇੰਟਰੈਕਟ ਕਰਨਾ ਸ਼ੁਰੂ ਕੀਤਾ, ਤਾਂ ਟੋਟਲ ਫੋਰਸ Q1 ਦੇ ਉੱਪਰ ਸਾਰੇ ਜਿਹੜੇ ਬਾਕੀ ਚਾਰਜਿਸ ਬਚ ਗਏ, ਮਤਲਬ Q2 Q3 Q4 ਅਪ ਟੂ Qn, ਤਾਂ ਉਹਨਾਂ ਨੇ ਕਿੰਨਾ ਫੋਰਸ ਐਕਸਰਟ ਕੀਤਾ, F12 F13 F1n। ਤਾਂ ਹੁਣ ਇਹਨਾਂ ਸਾਰਿਆਂ ਦੇ ਵਿੱਚ ਦੇਖੋ 1 ਆਪਾਂ ਕੀ ਆ ਫਸਟ ਨੰਬਰ 'ਤੇ ਲਿਖਿਆ ਹੋਇਆ, ਤਾਂ ਹੁਣ ਇਹਦੇ ਉੱਪਰ ਸੈਕਿੰਡ ਚਾਰਜ ਨੇ ਕਿੰਨਾ ਫੋਰਸ ਐਕਸਰਟ ਕੀਤਾ, 3 ਨੇ ਕਿੰਨਾ ਫੋਰਸ ਐਕਸਰਟ ਕੀਤਾ, n ਨੇ ਕਿੰਨਾ ਫੋਰਸ ਐਕਸਰਟ ਕੀਤਾ। ਤਾਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਹੈ ਹੁਣ ਆਪਾਂ ਡਿਫਾਈਨ ਕੀਤਾ ਸੀ ਕਿ ਆਪਾਂ ਵੈਕਟਰ ਸਮ ਫਾਈਂਡ ਕਰਨਾ। ਵੈਕਟਰ ਸਮ ਦੇ ਲਈ ਆਪਾਂ ਕੀ ਲਿਖਾਂਗੇ, F12 ਪਲੱਸ F13 ਪਲੱਸ F14 ਅਪ ਟੂ ਪਲੱਸ F1n। ਤਾਂ ਹੁਣ ਆਪਾਂ ਇਹ ਸਾਰਾ ਫੋਰਸ ਕਿਹਦੇ ਲਈ ਫਾਈਂਡ ਕਰ ਰਹੇ ਹਾਂ, Q1 ਚਾਰਜ ਦੇ ਲਈ, ਤਾਂ ਫੋਰਸ ਕਿੰਨਾ ਆ ਜਾਊਗਾ F1। ਤਾਂ ਹੁਣ ਆਪਣੇ ਕੋਲੇ Q1 ਤੇ Q2 ਦੇ ਵਿੱਚ ਡਿਸਟੈਂਸ ਸੀਗੀ R12, ਯੂਨਿਟ ਵੈਕਟਰ ਆਪਣੇ ਕੋਲੇ ਕਿੰਨਾ ਹੋ ਗਿਆ R ਕੈਪ 21। ਇਹ ਸਾਰਾ ਮੈਂ ਹੁਣ ਤੁਹਾਨੂੰ ਪਹਿਲਾਂ ਹੀ ਡਾਇਗਰਾਮ 'ਚ ਐਕਸਪਲੇਨ ਕਰਤਾ ਸੀ। ਤਾਂ ਹੁਣ ਆਪਣੇ ਕੋਲੇ ਕੂਲਮ ਲਾਅ ਨੇ ਡਿਫਾਈਨ ਕੀ ਕੀਤਾ ਸੀਗਾ, F ਇਜ਼ ਇਕੁਅਲ ਟੂ 1/4πε0 Q1 Q2 ਅਪੋਨ R² ਇੰਟੂ R ਕੈਪ। ਹੁਣ ਆਪਾਂ ਫਸਟ ਚਾਰਜ ਦੀ ਗੱਲ ਕਰ ਰਹੇ ਹਾਂ, ਤਾਂ ਸੈਕਿੰਡ ਨੇ ਕਿੰਨਾ ਫੋਰਸ ਲਗਾਇਆ F12। ਹੁਣ ਚਾਰਜ ਕਿਹੜੇ ਕਿਹੜੇ ਹੋ ਗਏ ਆਪਣੇ ਕੋਲੇ, Q1 ਤੇ Q2, 1 ਤੇ 2 ਦੇ ਵਿੱਚ ਡਿਸਟੈਂਸ ਕਿੰਨੀ ਦਿੱਤੀ ਹੋਈ ਸੀਗੀ ਆਪਾਂ ਨੂੰ R12, ਤੇ ਯੂਨਿਟ ਵੈਕਟਰ ਕਿਹੜਾ ਹੋ ਗਿਆ ਆਪਣੇ ਕੋਲੇ R ਕੈਪ 21। ਫਿਰ F13 1/4πε0 Q1 Q3 ਅਪੋਨ R13²। ਹੁਣ ਇੱਥੇ R ਕੈਪ ਇੰਟੂ 31, ਤਾਂ ਉਹ ਆਪਣੇ ਕੋਲ ਸਾਰਾ Q3 ਚਾਰਜ ਨੇ Q1 ਦੇ ਉੱਪਰ ਕਿੰਨਾ ਫੋਰਸ ਲਾਇਆ। ਇਸੇ ਤਰ੍ਹਾਂ nth ਚਾਰਜ ਲਈ ਤਾਂ ਟੋਟਲ ਫੋਰਸ ਦੀ ਵੈਲਿਊ ਕਿੰਨੀ ਆ ਜਾਊਗੀ, F1 ਪਲੱਸ F2 ਪਲੱਸ F3 ਅਪ ਟੂ ਪਲੱਸ Fn। 1/4πε0 ਸਾਰਿਆਂ ਦੇ ਵਿੱਚ ਦੇਖੋ ਕਾਮਨ ਆ ਰਿਹਾ, ਤਾਂ ਆਪਣੇ ਕੋਲ ਅੰਦਰ ਕੀ ਰਹਿ ਗਿਆ Q1 Q2 ਅਪੋਨ R² ਇੰਟੂ R ਕੈਪ ਪਲੱਸ Q1 Q3 ਅਪੋਨ R² ਇੰਟੂ R ਕੈਪ 31 ਪਲੱਸ nth ਚਾਰਜ ਲਈ Q1 Qn ਪਲੱਸ R ਕੈਪ R1n² ਇੰਟੂ R ਕੈਪ n1। ਤਾਂ ਇਸੇ ਤਰ੍ਹਾਂ ਆਪਾਂ ਸੈਕਿੰਡ ਚਾਰਜ ਲਈ ਫਾਈਂਡ ਕਰ ਸਕਦੇ ਹਾਂ, ਫਿਰ ਥਰਡ, ਫਿਰ ਫੋਰਥ। ਹੁਣ ਇਹ ਆਪਣੇ ਸਾਰੇ ਟੌਪਿਕ ਸੀਗੇ ਫਸਟ ਚੈਪਟਰ ਦੇ, ਇੱਕ ਵਾਰੀ ਤੁਸੀਂ ਧਿਆਨ ਨਾਲ ਸਾਰੀ ਡਿਵਾਈਸ ਕਰਨੀ ਹੈ। ਥੈਂਕ ਯੂ।